ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਲ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਬੇਅੰਤ ਕਿਰਪਾ ਰਹਿਮਤ ਹੋਈ ਹੈ। ਜੋ ਮਹਾਰਾਜ ਜੀ ਨੇ ਸ਼ਾਮ ਦਾ ਸਮਾਂ ਜੋ ਸਤਸੰਗ ਘੜੀਆਂ ਬਖਸ਼ੀਆਂ ਨੇ, ਗੁਰੂ ਇਤਿਹਾਸ ਦੀ ਕਥਾ ਦਾ ਸਮਾਂ ਹੈ। ਅਤੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤ੍ਰੇਹਣ ਬੰਸ, ਉਹਨਾਂ ਦੁਆਰਾ ਰਚਿਤ ਜੋ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਮਾਈ ਭਾਈ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਲੜੀ ਤਹਿਤ 6ਵੇਂ ਮਹੱਲੇ ਦੀ ਕਥਾ ਕੱਲ ਆਪ ਜੀ ਨੇ ਇੱਥੇ ਤੱਕ ਸਰਵਣ ਕੀਤੀ ਹੈ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਚੰਦੂ ਨੇ ਚਿੱਠੀ ਲਿਖੀ ਹੈ, ਕਿਉਂਕਿ ਇਹਨੂੰ ਖਬਰ ਮਿਲ ਗਈ ਸੀ ਮਹਾਰਾਜ ਨੇ ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਔਰ ਨਾਲ ਦੀ ਨਾਲ ਸ਼ਸਤਰ ਅਭਿਆਸ ਹੋ ਰਹੇ ਨੇ। ਤੇ ਚੰਦੂ ਡਰ ਗਿਆ ਹੈ, ਮਨ ਵਿੱਚ ਡਰ ਕੇ ਚਿੱਠੀ ਲਿਖਦਾ ਹੈ ਮਹਾਰਾਜ ਨੂੰ ਕਿ ਦੇਖੋ ਮੇਰਾ ਕੋਈ ਤੁਹਾਡੇ ਨਾਲ ਵਿਰੋਧ ਨਹੀਂ। ਤੁਹਾਡੇ ਪਿਤਾ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਲਿਖਦਾ ਹੈ ਕਿ ਐਵੇਂ ਬਿਨਾਂ ਮਤਲਬ ਦਾ ਮੇਰੇ ਨਾਲ ਕਲੇਸ਼ ਖੜਾ ਕਰ ਲਿਆ ਕਿਸੇ ਹੋਰਾਂ ਦੇ ਕਹਿਣ ਤੇ। ਇਸ ਕਰਕੇ ਹੁਣ ਵੀ ਤੁਸੀਂ ਮੇਰੀ ਲੜਕੀ ਦਾ ਨਾਤਾ ਲੈ ਲਓ, ਮੇਲ ਜੋਲ ਰੱਖੋ। ਨਾਲ ਫਿਰ ਇਹਨੇ ਹਉਮੈ ਵਿੱਚ ਧਮਕੀ ਵੀ ਲਿਖੀ ਹੈ ਵੀ ਨਹੀਂ ਫਿਰ ਵੇਖ ਲਓ ਤੁਹਾਡੇ ਪਿਤਾ ਜੀ ਦਾ ਕੀ ਹਾਲ ਹੋਇਆ ਸੀ, ਉਹੀ ਹਾਲ ਤੁਹਾਡਾ ਹੋ।
ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਨੇ ਸਾਰਾ ਮੋੜਵਾਂ ਜਵਾਬ ਦਿੱਤਾ ਚੜ੍ਹਦੀ ਕਲਾ ਵਿੱਚ ਕਿ ਚੰਦੂ, ਜਿਹੜੀਆਂ ਮਨਸਾ ਤੂੰ ਲਈ ਬੈਠਾ ਹੈ ਨਾ, ਹੁਣ ਸਮਾਂ ਆ ਗਿਆ, ਤੈਨੂੰ ਸਜ਼ਾ ਮਿਲੇਗੀ। ਚੰਦੂ ਮਨ ਵਿੱਚ ਡਰਿਆ ਹੋਇਆ ਫੇਰ ਜਹਾਂਗੀਰ ਦੇ ਕੋਲ ਲੋਤੀਆਂ ਲਾਉਂਦਾ ਹੈ। ਕਹਿੰਦਾ ਵੀ ਜੋ ਗੁਰੂ ਅਰਜਨ ਦੇਵ ਜੀ ਸਨ, ਐ ਜਹਾਂਗੀਰ ਬਾਦਸ਼ਾਹ, ਜਦੋਂ ਲਾਹੌਰ ਤੂੰ ਮੇਰੇ ਕੋਲ ਛੱਡ ਕੇ ਗਿਆ, ਉਹ ਤੇ ਉਸੇ ਰਾਤ ਹੀ ਹੈਜੇ ਦੀ ਬਿਮਾਰੀ ਨਾਲ ਚੜ੍ਹਾਈ ਕਰ ਗਏ ਸੀ। ਹੁਣ ਉਹਨਾਂ ਦਾ ਪੁੱਤਰ ਗੱਦੀ ਤੇ ਬੈਠਾ ਹੈ ਤੇ ਉਹਨੇ ਫੌਜਾਂ ਰੱਖਣੀਆਂ ਸ਼ੁਰੂ ਕਰਤੀਆਂ, ਸ਼ਸਤਰ ਅਭਿਆਸ ਕਰਾਉਂਦਾ ਹੈ। ਹੁਣ ਉਹ ਤੇਰੇ ਨਾਲ ਜੰਗ ਕਰੂਗਾ। ਪਰ ਜਹਾਂਗੀਰ ਬਾਦਸ਼ਾਹ ਕੁਝ ਸੋਚਦਾ ਹੈ ਤੇ ਵਜ਼ੀਰ ਖਾਂ ਨੂੰ ਪੁੱਛਿਆ। ਵਜ਼ੀਰ ਖਾਂ ਨੇ ਗੁਰੂ ਮਹਾਰਾਜ ਦੇ ਦਰ ਘਰ ਦੀ ਸਿਫਤ ਕੀਤੀ ਹੈ ਕਿ ਮਹਾਰਾਜ ਤੇ ਅਜ਼ਮਤ ਵਾਲੇ ਹੈ, ਉਹ ਤੇ ਅੱਲਾ ਪਰਮੇਸ਼ਰ ਦਾ ਰੂਪ ਹੈ। ਤਾਂ ਫਿਰ ਜਹਾਂਗੀਰ ਨੇ ਕਿਹਾ ਕਿ ਵਜ਼ੀਰ ਖਾਂ ਕਿੰਚ ਬੇਗ ਨੂੰ ਨਾਲ ਲੈ ਜਾ ਤੇ ਮਹਾਰਾਜ ਨੂੰ ਬੇਨਤੀ ਕਰਕੇ ਲੈ ਕੇ ਆ। ਸਤਿਗੁਰੂ ਕੋਲੇ ਬੇਨਤੀ ਕੀਤੀ, ਵਜ਼ੀਰ ਖਾਂ ਪਹੁੰਚਿਆ, ਕਿੰਚ ਬੇਗ ਪਹੁੰਚਿਆ। ਮਹਾਰਾਜ ਤੇ ਪਹਿਲਾਂ ਹੀ ਤਿਆਰੀ ਵਿੱਚ ਸਨ, ਕਿਉਂਕਿ ਇੱਕ ਤੇ ਜਹਾਂਗੀਰ ਨੂੰ ਮਿਲਣਾ ਹੈ, ਦੂਜਾ ਜਿਹੜੇ 52 ਕੈਦੀ ਰਾਜੇ ਨੇ, ਉਹ ਕਿਉਂਕਿ ਰੱਬ ਅੱਗੇ ਪੁਕਾਰਾਂ ਕਰਦੇ ਆ। ਗੁਰੂ ਸਾਹਿਬ ਪਰਮੇਸ਼ਰ ਦਾ ਅਵਤਾਰ ਹੈ ਤੇ ਉਹ ਪੁਕਾਰਾਂ ਸਤਿਗੁਰੂ ਦੇ ਚਰਨਾਂ 'ਚ ਪਹੁੰਚਦੀਆਂ। ਸਤਿਗੁਰੂ ਜੀ ਉਹਨਾਂ ਬੰਦੀ ਰਾਜਿਆਂ ਨੂੰ ਛਡਾਉਣ ਵਾਸਤੇ ਜਾਣਾ ਹੈ। ਤੀਜਾ ਜਿਹੜਾ ਹੈ ਉਹ ਗੁਰੂ ਘਰ ਦੇ ਦੁਖੀ ਚੰਦੂ ਦੁਸ਼ਟ ਨੂੰ ਫੜ ਕਰਕੇ ਉਹਨੂੰ ਸਜ਼ਾ ਦੇਣੀ। ਤੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਚਲਦੇ ਚਲਦੇ ਫਿਰ ਦਿੱਲੀ ਵਿੱਚ ਪਹੁੰਚੇ ਹਨ। ਗਰੀਬ ਨਵਾਜ ਪਾਤਸ਼ਾਹ ਜੀ ਦੇ ਇਉਂ ਅਗਲਾ ਜੋ ਇਤਿਹਾਸ ਹੈ ਉਹ ਪ੍ਰੇਮ ਤੇ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਬਾਛਤ ਪਾਵੈ ਸਭ ਕੋਇ। ਜੋ ਭਾਈ ਗੁਰੂ ਮਹਾਰਾਜ ਗੁਰੂ ਦੇ ਦਰ ਘਰ ਨੂੰ ਹਰੀ ਮੰਦਰ ਦੀ ਪੂਜਾ ਕਰਦਾ ਕਰਾਉਂਦਾ ਹੈ, ਉਹ ਮਨ ਇੱਛਤ ਫਲ ਪਾ ਲੈਂਦਾ ਹੈ। ਉਤ ਗੁਰ ਕਥਾ ਸੁਨੋ ਸ਼ੁਭ ਜੋਏ। ਹੁਣ ਸੰਤ ਰੇਣ ਜੀ ਕਹਿੰਦੇ, ਭਾਈ ਇਹ ਤਾਂ ਜੋ ਫਿਰ ਮਹਾਰਾਜ ਡਿਊਟੀ ਲਾ ਗਏ ਸੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਮਾਤਾ ਗੰਗਾ ਜੀ ਦੀ, ਕਿ ਤੁਸੀਂ ਇਉਂ ਸਿੱਖ ਸੰਗਤਾਂ ਨੂੰ ਮਿਲਣਾ ਜੁਲਣਾ ਹੈ, ਕਾਰ ਸੇਵਾ ਕਰਵਾਉਣੀ ਹਰਿਮੰਦਰ ਸਾਹਿਬ ਦੇ ਵਿੱਚ, ਸਿੱਖ ਸੰਗਤਾਂ ਦੀ ਨਮਸਕਾਰ ਕਰਵਾਉਣੀ। ਭਾਈ ਗੁਰਦਾਸ ਜੀ ਨੂੰ ਕਿਹਾ ਤੁਸੀਂ ਕਥਾ ਵਿਚਾਰ ਕਰਨੀ ਹੈ। ਸਾਰੀਆਂ ਡਿਊਟੀਆਂ ਮਹਾਰਾਜ ਲਾ ਗਏ ਸੀ। ਇਧਰ ਭਾਈ ਜੋ ਉਤ ਕਥਾ ਸੁਨੋ, ਉਤ ਗੁਰ ਕਥਾ ਸੁਨੋ ਸ਼ੁਭ ਸੋ ਜੋਏ। ਜੋ ਸ਼ੁਭ ਕਥਾ ਹੈ ਗੁਰੂ ਮਹਾਰਾਜ ਦੀ, ਇਧਰ ਉਹ ਸਰਵਣ ਕਰ ਲਓ। ਚਲਤ ਚਲਤ ਦਿੱਲੀ ਪੁਰ ਗਏ। ਚਲਦੇ ਚਲਦੇ ਮਹਾਰਾਜ ਦਿੱਲੀ ਪੁਰ ਕਹੀਏ, ਸ਼ਹਿਰ ਨਗਰ ਦਿੱਲੀ ਵਿੱਚ ਪਹੁੰਚੇ ਹਨ। ਖਾਂ ਵਜ਼ੀਰ ਸੰਗ ਬੂਝਤ ਭਏ। ਤੇ ਵਜ਼ੀਰ ਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਪੁੱਛਦੇ ਹਨ, ਡੇਰਾ ਕਰੈ ਕੌਣ ਅਸਥਾਨ। ਕਿਹੜੇ ਸਥਾਨ ਤੇ ਵਜ਼ੀਰ ਖਾਂ ਸਾਡਾ ਭਾਈ ਡੇਰਾ ਹੋਵੇਗਾ। ਬਸੈ ਜਹਾਂ ਸੁਖ ਸੰਗ ਸੁਜਾਨ। ਜਿੱਥੇ ਸੁੱਖਾਂ ਸਹਿਤ ਅਸੀਂ ਬਸੀਏ, ਐ ਸਿਆਣੇ ਪੁਰਛਾ ਭਾਈ ਤੂੰ ਇਹ ਦੱਸਣਾ ਕਰ।
ਸੁਨ ਵਜ਼ੀਰ ਕਰ ਜੋਰ ਬਖਾਨਾ। ਇਹ ਸੁਣ ਕੇ ਵਜ਼ੀਰ ਖਾਂ ਹੱਥ ਜੋੜ ਕੇ ਕਹਿੰਦਾ ਹੈ, ਇਸ ਪੁਰ ਮਹਿ ਮਜਨੂ ਅਸਥਾਨਾ। ਮਹਾਰਾਜ ਦਿੱਲੀ ਸ਼ਹਿਰ ਦੇ ਵਿੱਚ ਇੱਕ ਮਜਨੂ ਦਾ ਸਥਾਨ ਹੈ। ਮਜਨੂ ਦਾ ਟਿੱਲਾ ਵੀ ਕਹਿੰਦੇ ਸੀ। ਇਹ ਮਜਨੂ ਇੱਕ ਤਾਂ ਹੋਇਆ ਲੈਲਾ ਮਜਨੂ, ਪੁਰਾਣੇ ਕਿੱਸੇ ਸੁਣਾਉਂਦੇ ਹੁੰਦੇ ਸੀ ਕਵੀਸ਼ਰ, ਉਹ ਮਜਨੂ ਹੋਰ ਸੀ। ਇਹ ਇੱਕ ਮਜਨੂ ਫਕੀਰ ਸੀ, ਜਿਵੇਂ ਬੇਨਵਾ ਫਕੀਰ ਹੁੰਦੇ ਆ, ਸੂਫੀ ਫਕੀਰਾਂ ਵਿੱਚੋਂ ਸੀ, ਮਸਤ ਰਹਿੰਦਾ ਸੀ। ਤਾਂ ਕੁਝ ਲਿਖਦੇ ਦਾ ਨਾਮ ਮਜਨੂ ਸੀ, ਕੁਝ ਇਹਦੀ ਅਵਸਥਾ ਜੀ ਐਸੀ ਸੀ ਵੀ ਇਹਨੂੰ ਵੇਖ ਕੇ ਲੋਕ ਮਜਨੂ ਕਹਿਣ ਲੱਗ ਪਏ। ਤੇ ਸੇਵਾ ਇਹ ਕਰਦਾ ਹੁੰਦਾ ਸੀ ਉਹਨਾਂ ਸਮਿਆਂ ਵਿੱਚ। ਇਹਨੇ ਇੱਕ ਬੇੜਾ ਬਣਾਇਆ ਹੋਇਆ ਸੀ। ਜਿਹੜੇ ਕੋਈ ਗਰੀਬ ਲੋਕ ਕਿਰਤ ਵਿਰਤ ਕਰਨ ਵਾਲੇ ਹੁੰਦੇ ਸਨ, ਉਹਨਾਂ ਨੂੰ ਇੱਕ ਪਾਸਿਓਂ ਦੂਜੇ ਪਾਸੇ, ਦੂਜੇ ਪਾਸਿਓਂ ਇੱਧਰ, ਇਸ ਤਰ੍ਹਾਂ ਸਾਰੀ ਦਿਹਾੜੀ ਫ੍ਰੀ ਸੇਵਾ ਕਰਦਾ ਹੁੰਦਾ ਹੈ। ਨਾਲੇ ਪਰਮੇਸ਼ਰ ਦਾ ਨਾਮ ਜਪੀ ਜਾਣਾ, ਮਸਤ ਰਹਿਣਾ। ਇਹਦੀ ਇੱਥੇ ਛੰਨ ਜੀ ਬਣਾਈ ਹੋਈ ਸੀ। ਹੌਲੀ ਹੌਲੀ ਉਹ ਮਜਨੂ ਦਾ ਟਿੱਲਾ ਮਸ਼ਹੂਰ ਹੋਈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਮਜਨੂ ਨਾਮ ਦੇ ਫਕੀਰ ਨੂੰ ਉਪਦੇਸ਼ ਦਿੱਤਾ। ਫਿਰ ਇਹ ਗੁਰੂ ਕਾ ਸਿੱਖ ਬਣ ਗਿਆ ਤੇ ਸਤਿਗੁਰੂ ਦੀ ਬਾਣੀ ਪੜ੍ਹਨ ਲੱਗ ਗਿਆ। ਸਮਾਂ ਪਾ ਕੇ 6ਵੇਂ ਪਾਤਸ਼ਾਹ ਮਹਾਰਾਜ ਗਏ। ਇਹ ਮਜਨੂ ਦੀ ਗੱਦੀ ਦੇ ਉੱਤੇ ਫਿਰ ਇਹਦੀ ਜਗ੍ਹਾ ਤੇ ਕੋਈ ਇਹਦਾ ਚੇਲਾ ਹੋਰ ਫਕੀਰ ਸੀ। ਉਹਨੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਚਰਚਾ ਕੀਤੀ ਔਰ ਗੁਰੂ ਕਾ ਉਪਦੇਸ਼ ਧਾਰਨ ਕੀਤਾ। ਇਸ ਤਰ੍ਹਾਂ ਫਿਰ ਉਹ ਮਜਨੂ ਕਾ ਟਿੱਲਾ ਅੱਜ ਕੱਲ੍ਹ ਉੱਥੇ ਗੁਰਦੁਆਰਾ ਸਾਹਿਬ ਬਣਿਆ। 6ਵੇਂ ਪਾਤਸ਼ਾਹ ਮਹਾਰਾਜ ਦਾ ਸਥਾਨ ਹੈ ਦਿੱਲੀ ਦੇ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਜਗ੍ਹਾ ਪਹੁੰਚੇ ਹੈ। ਵਜ਼ੀਰ ਖਾਂ ਕਹਿਣ ਲੱਗਿਆ, ਇਸ ਪੁਰ ਮਹਿ ਮਜਨੂ ਅਸਥਾਨਾ। ਵੀ ਮਹਾਰਾਜ ਦਿੱਲੀ ਦੇ ਵਿੱਚ ਜਮਨਾ ਕੰਢੇ ਇੱਕ ਮਜਨੂ ਦਾ ਅਸਥਾਨ ਹੈ। ਕੇਤਕ ਕਹਿਤ ਸੁਨੇ ਮੈਂ ਐਸੇ। ਕੁਝ ਮਹਾਰਾਜ ਮੈਂ ਇਸ ਤਰ੍ਹਾਂ ਵੀ ਕਹਿੰਦੇ ਸੁਣੇ ਹਨ, ਸ੍ਰੀ ਗੁਰੂ ਨਾਨਕ ਇਸ ਥਲ ਬੈਸੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇਸ ਸਥਾਨ ਤੇ ਇਸ ਜਗ੍ਹਾ ਆਏ ਸਨ, ਬਰਾਜੇ ਸੀ। ਤਾਹਾਂ ਬਾਸ ਸੁਖ ਸਾਥ ਕਰੀਜੈ। ਉੱਥੇ ਮਹਾਰਾਜ ਜੀ ਸੁੱਖਾਂ ਦੇ ਨਾਲ ਤੁਸੀਂ ਬਾਸਾ ਕਰਿਓ। ਜਮਨਾ ਕੂਲ ਸੋ ਭਲੇ ਲਖੀਜੈ। ਜੋ ਭਲੀ ਪ੍ਰਕਾਰ ਜਾਣ ਲੋ, ਬਹੁਤ ਸੋਹਣਾ ਮਹਾਰਾਜ ਜਮਨਾ ਦਾ ਕੰਢਾ ਹੈ। ਅਸ ਕਹਿਤੇ ਪਹੁੰਚੇ ਤਹਿ ਜਾਏ। ਇਸ ਤਰ੍ਹਾਂ ਕਹਿੰਦੇ ਹੋਏ ਮਹਾਰਾਜ ਉੱਥੇ ਜਾ ਪਹੁੰਚੇ। ਪੇਖ ਥਾਲ ਸੁੰਦਰ ਸਿਵਰ ਕਰਾਈ। ਸੋਹਣੀ ਜਗ੍ਹਾ ਵੇਖ ਕਰਕੇ ਸਿਵਰ ਕੀਤਾ। ਤੰਬੂ ਵਗੈਰਾ ਜਿਹੜੇ ਹਨ ਲਾਗੇ। ਤੰਬੂ ਸ਼ਮਿਆਨੇ ਗਨ ਤਾਨੇ। ਬਹੁਤ ਤੰਬੂ ਤੇ ਸ਼ਮਿਆਨੇ ਉਹ ਤਾਣ ਦਿੱਤੇ ਲੱਗ ਗਏ। ਰੇਸ਼ਮ ਡੋਰ ਨੈਚ ਬਧਾਨੇ। ਜਿਨ੍ਹਾਂ ਨੂੰ ਰੇਸ਼ਮ ਦੀਆਂ ਡੋਰਾਂ ਨਾਲ ਖਿੱਚ ਕੇ ਬੰਨਿਆ ਹੈ। ਕਰੀ ਕਨਾਤ ਬਨਾਤ ਖਰੀ ਕੀ। ਚੰਗੀ ਬਨਾਤ ਇੱਕ ਕੱਪੜੇ ਦਾ ਨਾਂ ਹੈ। ਪੁਰਾਣੇ ਸਮਿਆਂ ਵਿੱਚ ਜਿਹੜੀਆਂ ਕਨਾਤਾਂ ਉਹ ਬਨਾਤ ਦੇ ਕੱਪੜੇ ਦੀਆਂ, ਮਹਿੰਗਾ ਕੱਪੜਾ ਹੁੰਦਾ ਸੀ, ਬਣਦੀਆਂ ਹੁੰਦੀਆਂ ਸੀ। ਆਮ ਤਾਂ ਬਣਦੀਆਂ ਸੀ ਖੱਦਰ ਵਗੈਰਾ ਦੀਆਂ ਜਾਂ ਹੋਰ, ਲੇਕਿਨ ਰਾਜੇ ਮਹਾਰਾਜੇ ਜਿਹੜੀਆਂ ਕਨਾਤਾਂ ਆਪਣੇ ਤੰਬੂ ਦੇ ਆਲੇ ਦੁਆਲੇ ਲਾਉਂਦੇ ਸੀ ਉਹ ਬਨਾਤ ਵਗੈਰਾ ਦੀਆਂ ਹੁੰਦੀਆਂ ਸੀ। ਤੇ ਉਹ ਬਨਾਤ ਦੀਆਂ ਬਣੀਆਂ ਕਨਾਤਾਂ ਜਿਹੜੀਆਂ ਲੱਗ ਗਈਆਂ ਹਨ
ਕਿਤ ਕਿਤ ਚਿਤਰਤ ਕਾਰ ਜਰੀ ਕੀ। ਕਿਤੇ ਕਿਤੇ ਉਹਨਾਂ ਤੇ ਜਰੀ ਦੀ ਚਿੱਤਰਕਾਰੀ ਕੀਤੀ, ਕਢਾਈ ਕੀਤੀ ਹੈ। ਗੁਰ ਕੇ ਚੌਹਦਿਸ ਭਟ ਸਮੁਦਾਇ। ਗੁਰੂ ਸਾਹਿਬ ਦੇ ਚਾਰੇ ਪਾਸੇ ਸਾਰੇ ਜੋ ਸੂਰਮੇ ਹਨ, ਨਿਜ ਨਿਜ ਤੰਬੂ ਤਹਾਂ ਲਗਾਏ। ਉਹਨਾਂ ਨੇ ਆਪੋ ਆਪਣੇ ਤੰਬੂ ਉੱਥੇ ਲਾ ਲਏ ਹਨ। ਪੰਗਤ ਲੱਗੀ ਤੁਰੰਗਨ ਕੇਰੀ। ਫਿਰ ਇੱਕ ਲਾਈਨ ਵਿੱਚ, ਪੰਗਤ ਲਾਈਨ ਦੇ ਵਿੱਚ ਕਿੱਲੇ ਗੱਡ ਕੇ ਘੋੜੇ ਬੰਨ੍ਹ ਦਿੱਤੇ ਹੈ। ਘੋੜਿਆਂ ਦੀ ਜਿਹੜੀ ਪੰਗਤ ਲਾਈਨ ਲੱਗੀ ਹੈ। ਜਾਹੇ ਦ੍ਰਿਸ਼ਟ ਕਰ ਨਿਤ ਗੁਰ ਹੇਰੀ। ਇਉਂ ਗੁਰੂ ਪਾਤਸ਼ਾਹ ਜੀ, ਜਿਹਨੂੰ ਭਾਈ ਰੋਜ਼ ਸਤਿਗੁਰੂ ਜੀ ਦ੍ਰਿਸ਼ਟੀ ਕਰਕੇ ਇਉਂ ਘੋੜਿਆਂ ਨੂੰ ਸਭ ਨੂੰ ਸਤਿਗੁਰੂ ਵੇਖਦੇ ਹਨ। ਤਬ ਵਜ਼ੀਰ ਖਾਂ ਨਿਕਟ ਹਕਾਰਾ। ਤਦ ਵਜ਼ੀਰ ਖਾਂ ਕੋਲ ਸੱਦਿਆ ਹੈ। ਕਰੋ ਆਪਣੇ ਸਦਨ ਉਤਾਰਾ। ਉਹਨੂੰ ਕਿਹਾ, ਭਾਈ ਵਜ਼ੀਰ ਖਾਂ ਹੁਣ ਤੂੰ ਆਪਣੇ ਘਰ ਜਾ, ਉਤਾਰਾ ਕਰ। ਕਰ ਬੰਧਨ ਬਹੁ ਪੁਰ ਘਿਉ ਕੋ ਗਏ। ਤੇ ਫਿਰ ਇਹ ਕੰਚ ਬੇਗ ਵਜ਼ੀਰ ਖਾਂ ਹੋਰ ਜਿਹੜੇ ਆਏ ਹੋਏ ਸਨ, ਨਮਸਕਾਰ ਕਰਕੇ ਬੰਦਨਾ ਕਰਕੇ ਇਹ ਆਪਣੇ ਨਗਰ ਘਰਾਂ ਨੂੰ ਚਲੇ ਗਏ। ਸੀਲ ਸਰੂਪ ਸਰਾਹਤ ਭਏ। ਤੇ ਜਾਂਦੇ ਜਾਂਦੇ ਸਤਿਗੁਰੂ ਦਾ ਸੀਲ ਸੁਭਾਅ, ਸੋਹਣਾ ਸਰੂਪ, ਉਹਦੀ ਸਿਫਤ ਕਰਦੇ ਹਨ। ਉਤਰੇ ਪੱਗ ਕਰ ਨੀਰ ਪਖਾਰੇ। ਤੇ ਇਉਂ ਉਤਰੇ ਹਨ, ਪੱਗ ਕਰ, ਹੱਥ ਪੈਰ ਪਾਣੀ ਨਾਲ ਧੋਤੇ ਨੇ। ਨਿਰਮਲ ਬਸਤਰ ਸਕਲ ਤਨ ਧਾਰੇ। ਤੇ ਵਧੀਆ ਸਾਫ਼ ਜਿਹੜੇ ਬਸਤਰ ਨੇ ਉਹ ਆਪਣੇ ਸਰੀਰ ਤੇ ਪਹਿਨੇ ਹਨ। ਦੋਹਰਾ ਪਾਇਓ ਅਵਸਰ ਮਿਲਣ ਕੋ। ਗਮਨੇ ਹਜ਼ਰਤ ਪਾਸ। ਫਿਰ ਮੌਕਾ ਪਾਇਆ ਮਿਲਾਪ ਮਿਲਣ ਦਾ ਜਹਾਂਗੀਰ ਬਾਦਸ਼ਾਹ ਨੂੰ। ਉਹਨੂੰ ਮਿਲਣ ਦੇ ਵਾਸਤੇ ਫਿਰ ਇਹ ਵਜ਼ੀਰ ਖਾਂ ਕੰਚ ਬੇਗ ਕੋਲ ਪਹੁੰਚੇ ਹਨ। ਅਦਕ ਅਦਬ ਤੇ ਬੰਦਗੀ ਨਿਭ ਨਿਭ ਕਰਤ ਪ੍ਰਕਾਸ਼। ਬਹੁਤ ਹੀ ਅਦਬ ਦੇ ਨਾਲ ਤੇ ਬੰਦਗੀ ਨਿਮ ਨਿਮ ਕੇ ਇਉਂ ਇਹ ਪ੍ਰਕਾਸ਼ ਕਰਦੇ, ਪ੍ਰਤੱਖ ਭਾਵ ਸਲਾਮਾਂ ਕਰਦੇ ਹਨ। ਚੌਪਈ ਦੇਖਤ ਬੋਲਿਓ ਸਾਹੋ ਸੁਜਾਨ। ਤੋ ਦੇਖ ਕਰਕੇ ਫਿਰ ਬਾਦਸ਼ਾਹ ਸੁਜਾਨ, ਸਿਆਣਾ ਜਾਂ ਚਤਰ, ਉਹ ਕਹਿਣ ਲੱਗਿਆ ਹੈ, ਖਾਂ ਵਜ਼ੀਰ ਢਿਗ ਆਓ ਬਖਾਨ। ਐ ਵਜ਼ੀਰ ਖਾਂ ਨੇੜੇ ਆ ਕੇ ਮੈਨੂੰ ਦੱਸ, ਆਏ ਗੁਰੂ ਕੈਦੋਂ ਨਹਿ ਆਏ। ਦੱਸ ਕਿ ਗੁਰੂ ਸਾਹਿਬ ਆ ਗਏ ਨੇ ਜਾਂ ਨਹੀਂ ਆਏ ਹਨ। ਸੁਧ ਸਗਰੀ ਹਮ ਦੇਹੁ ਬਤਾਏ। ਮੈਨੂੰ ਸਾਰੀ ਖਬਰ ਇਹਦੇ ਬਾਰੇ ਦੱਸਣਾ ਕਰ। ਖਾਂ ਵਜ਼ੀਰ ਕਰ ਜੋਰ ਅਗਾਰੀ। ਵਜ਼ੀਰ ਖਾਂ ਬਾਦਸ਼ਾਹ ਕੇ ਹੱਥ ਜੋੜ ਕੇ ਚਾਤੁਰਤਾ ਯੁਤ ਬਿਨੈ ਉਚਾਰੀ। ਬੜੀ ਚਤਰਤਾ ਦੇ ਨਾਲ ਬੇਨਤੀ ਕਹੀ ਹੈ। ਪ੍ਰਿਯ ਮੂਰਤ ਸੂਰਤ ਅਤ ਸੁੰਦਰ। ਕਹਿਣ ਲੱਗਿਆ ਬਾਦਸ਼ਾਹ ਵੀ ਬਹੁਤ ਹੀ ਪਿਆਰੀ ਮੂਰਤੀ, ਚੰਗੀ ਸੂਰਤ, ਅਤੀ ਸੁੰਦਰ ਜਿਨ੍ਹਾਂ ਦੀ ਸੂਰਤ ਹੈ। ਸਾਹਿਬ ਕਰਾਮਾਤ ਗੁਣ ਮੰਦਰ। ਜਿਹੜੇ ਕਰਾਮਾਤਾਂ ਦੇ ਮਾਲਕ ਨੇ ਤੇ ਗੁਣਾਂ ਦਾ ਘਰ ਹਨ। ਕਰਿਓ ਬਿਲੋਕਨ ਜਬ ਹਮ ਜਾਏ।
ਐ ਬਾਦਸ਼ਾਹ, ਜਦੋਂ ਅਸੀਂ ਜਾ ਕੇ ਐਸੇ ਗੁਰੂ ਦੇ ਦਰਸ਼ਨ ਕੀਤੇ, ਰਾਵਰ ਦਿਸ ਤੇ ਬਿਨੋ ਅਲਾਈ, ਤੇ ਤੁਹਾਡੇ ਵੱਲੋਂ ਬਾਦਸ਼ਾਹ ਅਸੀਂ ਬੇਨਤੀ ਕੀਤੀ, ਕਿਰਪਾ ਦ੍ਰਿਸ਼ਟ ਕੋ ਠਾਨ ਮਹਾਨਾ। ਤਾਂ ਦੇਖੋ ਬਹੁਤ ਵੱਡੀ ਕਿਰਪਾ ਦ੍ਰਿਸ਼ਟੀ ਠਾਣ ਕੇ ਆਏ, ਚੱਲ ਅਬ ਮਜਨੂ ਥਾਨਾ। ਉਹ ਗੁਰੂ ਮਹਾਰਾਜ ਜੀ ਚੱਲ ਕੇ ਆ ਗਏ ਨੇ ਤੇ ਹੁਣ ਮਜਨੂ ਕੇ ਟਿੱਲੇ ਸਥਾਨ ਤੇ ਹਨ। ਸੁਨਤ ਸ਼ਾਹ ਬਹੁ ਭਇਓ ਪ੍ਰਸੰਨ। ਤਾਂ ਸੁਣ ਕੇ ਬਾਦਸ਼ਾਹ ਬਹੁਤ ਪ੍ਰਸੰਨ ਹੋਇਆ ਹੈ। ਕਹਿਓ ਵਜ਼ੀਰ ਖਾਨ ਤੁਮ ਧੰਨ। ਕਿਹਾ ਵੀ ਹੈ ਵਜ਼ੀਰ ਖਾਂ, ਤੂੰ ਭਾਈ ਧੰਨ ਹੈ। ਮੁਝ ਢਿਗ ਕਰਤ ਹੁਤੇ ਨਰ ਚਾਰੀ। ਮੇਰੇ ਕੋਲੇ ਤੂੰ ਮੁਝ ਢਿਗ ਕਰਤ ਹੁਤੇ, ਜਿਹੜੇ ਲੋਕ ਸਨ ਮੇਰੇ ਕੋਲੇ ਇਹੋ ਜਿਹੇ ਨਰ ਚਾਰੀ ਲੋਕ ਜਿਹੜੇ ਹਨ ਉਹ ਗੱਲਾਂ ਕਰਦੇ ਸੀ, ਤੇ ਮੁਝ ਢਿਗ ਕਰਤ ਹੁਤੇ ਨਰ ਚਾਰੀ, ਜਾਂ ਇਹ ਕਹੀਏ ਮੇਰੇ ਕੋਲੇ ਵੀ ਬਹੁਤ ਜਿਹੜੇ ਲੋਕ ਨੇ ਉਹ ਨੌਕਰੀ ਕਰਦੇ ਹਨ। ਗੁਰੂ ਨ ਹੈ ਨਿਕਟ ਤੁਮਾਰੀ। ਪਰ ਗੁਰੂ ਸਾਹਿਬ ਜੀ ਤੇਰੇ ਬਿਨਾ ਇੱਥੇ ਨੇੜੇ ਨਹੀਂ ਸੀ ਆਉਣੇ। ਤੂੰ ਗਿਆਨ ਤੇ ਮਹਾਰਾਜ ਆਏ ਹਨ। ਅਬ ਸਭ ਭਾਂਤ ਕਰੋ ਤਿਨ ਸੇਵਾ। ਜਾਂ ਦੂਜਾ ਹੈ ਕਿ ਗੁਰੂ ਸਾਹਿਬ ਜਿੰਨੇ ਤੇਰੇ ਨੇੜੇ ਹੈ ਉਹਨੇ ਕਿਸੇ ਦੇ ਨਹੀਂ। ਅਬ ਸਭ ਭਾਂਤ ਕਰੋ ਤਿਨ ਸੇਵਾ। ਹੁਣ ਵਜ਼ੀਰ ਖਾਂ ਤੂੰ ਭਾਈ ਸਭ ਤਰ੍ਹਾਂ ਕਰਕੇ ਗੁਰੂ ਸਾਹਿਬ ਦੀ ਸੇਵਾ ਕਰ। ਹਰ ਖਾਵੋ ਨੀਕੇ ਗੁਰਦੇਵਾ। ਐਸੇ ਗੁਰੂ ਦੇਵ ਨੂੰ ਚੰਗੀ ਤਰ੍ਹਾਂ ਸੇਵਾ ਕਰਕੇ ਪ੍ਰਸੰਨ ਕਰ ਲੈ। ਹਮ ਦੀਦਾਰ ਕਰ ਹੈ ਚੱਲ ਕਾਲੀ। ਅਸੀਂ ਵਜ਼ੀਰ ਖਾਂ ਕੱਲ ਨੂੰ ਚੱਲ ਕੇ ਮਹਾਰਾਜ ਦੇ ਦੀਦਾਰ ਕਰਾਂਗੇ। ਸਭ ਤੇ ਗੁਰ ਗਾਦੀ ਜੋ ਵਿਸਾਲੀ। ਜੋ ਇਹ ਗੁਰਤਾ ਗੱਦੀ ਹੈ ਗੁਰੂ ਨਾਨਕ ਦੇਵ ਜੀ ਦੀ, ਇਹ ਸਭ ਤੋਂ ਮਹਾਨ ਵੱਡੀ ਹੈ। ਇਮ ਕਹਿ ਉੱਠਿਓ ਸਭਾ ਤਜ ਸਾਹੂ। ਇਸ ਤਰ੍ਹਾਂ ਕਹਿ ਕੇ ਬਾਦਸ਼ਾਹ ਸਭਾ ਵਿੱਚੋਂ ਉੱਠਿਆ ਹੈ। ਖਾਂ ਵਜ਼ੀਰ ਆਇਓ ਗੁਰ ਪਾਹੂ। ਵਜ਼ੀਰ ਖਾਂ ਗੁਰੂ ਸਾਹਿਬ ਦੇ ਕੋਲ ਆਇਆ ਹੈ। ਸ਼ਾਹੂ ਬਿਰਤੰਤ ਭਇਓ ਸੋ ਭਾਖਾ। ਜੋ ਬਾਦਸ਼ਾਹ ਦੇ ਨਾਲ ਬਿਰਤਾਂਤ ਹੋਇਆ ਉਹ ਸਤਿਗੁਰੂ ਜੀ ਨੂੰ ਦੱਸਿਆ ਹੈ। ਕਰਹਿ ਪ੍ਰਾਤ ਮਿਲਬੇ ਅਭਿਲਾਖਾ। ਦੱਸਿਆ ਵੀ ਮਹਾਰਾਜ ਹੁਣ ਉਹ ਸਵੇਰ ਦੇ ਸਮੇਂ ਤੁਹਾਨੂੰ ਮਿਲਣ ਦੀ ਅਭਿਲਾਸ਼ਾ ਕਰਦਾ ਹੈ। ਤਬ ਲਓ ਜਾਮ ਦਿਵਸ ਰਹਿ ਗਇਓ। ਉਦੋਂ ਤੱਕ ਇੱਕ ਪਹਿਰ ਦਿਨ ਰਹਿ ਗਿਆ ਸੀ। ਗੁਰ ਆਏ ਸੰਗਤ ਸੁਣ ਲਇਓ। ਇੱਧਰ ਦਿੱਲੀ ਦੀਆਂ ਸੰਗਤਾਂ ਨੇ ਸੁਣਿਆ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ। ਲਗ ਵਿਸਾਲ ਗੁਰ ਸਿੱਖ ਨਰ ਨਾਰੀ। ਛੋਟੇ ਕੀ ਵੱਡੇ ਕੀ ਜਿੰਨੇ ਵੀ ਗੁਰਸਿੱਖ ਮਾਈ ਭਾਈ ਹਨ, ਮਿਲ ਕਰ ਸਗਰੇ ਪੁਰੀ ਮਝਾਰੀ। ਸਾਰੇ ਹੀ ਪੁਰੀ ਵਿੱਚ ਇਕੱਠੇ ਹੋ ਕਰਕੇ ਆਨ ਕਰਿਓ ਦਰਸ਼ਨ ਤੇ ਸਮੋ। ਉਸ ਸਮੇਂ ਦਿੱਲੀ ਦੀਆਂ ਸੰਗਤਾਂ ਨੇ ਆ ਕੇ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ। ਧਰਹਿ ਉਪਾਇਨ ਕਰ ਕਰ ਨਮੋ। ਤੇ ਨਮਸਕਾਰ ਕਰ ਕਰਦੇ ਮਹਾਰਾਜ ਅੱਗੇ ਭੇਟਾਵਾਂ ਧਰਦੇ ਹਨ। ਸ਼ਬਦ ਸੁਰਾਗੀ ਗਾਵਤ ਰਾਗ। ਜਿਹੜੇ ਰਾਗੀ ਨੇ ਕੀਰਤਨੀਏ ਉਹ ਸ਼ਬਦ ਰਾਗ ਗਾਇਨ ਕਰਦੇ ਨੇ।
ਸੁਨਹਿ ਪ੍ਰੇਮ ਤੇ ਸਿੱਖ ਵੱਡ ਭਾਗ। ਵੱਡੇ ਭਾਗਾਂ ਵਾਲੇ ਗੁਰਸਿੱਖ ਪ੍ਰੇਮ ਨਾਲ ਗੁਰਬਾਣੀ ਸੁਣਦੇ ਹਨ। ਰਾਜ ਸਾਜ ਭਿਖ ਸੰਗਤ ਸਾਰੀ। ਕਿਉਂਕਿ ਹੁਣ ਰੂਪ ਬਦਲ ਗਿਆ। ਸ਼ਸਤਰ ਧਾਰੀ ਸੂਰਮੇ ਘੋੜਿਆਂ ਤੇ ਸਵਾਰ ਹੈ। ਬਾਣੇ ਬਦਲੇ ਹੋਏ ਹੈ। ਕਹਿਣ ਚੜ੍ਹਦੀ ਕਲਾ ਵਾਲੇ ਫੌਜਾਂ ਤੇ ਗੁਰੂ ਸਾਹਿਬ ਜੀ ਦਾ ਬਾਣਾ, 2 ਤਲਵਾਰਾਂ ਪਹਿਨੀਆਂ, ਕਮਾਨ, ਤੀਰ ਨੇ, ਪੱਥਾ ਹੈ, ਬਾਜ ਹੈ। ਐਸਾ ਕੁਝ ਰਾਜ ਸਾਜ ਵੇਖ ਕੇ ਸਾਰੀਆਂ ਸੰਗਤਾਂ ਜੋ ਹਨ, ਤਨ ਮਨ ਤੇ ਹੋਵੈ ਬਲਿਹਾਰੀ। ਤਨ ਮਨ ਤੋਂ ਬਲਿਹਾਰ ਜਾਂਦੀਆਂ ਹਨ। ਸਭ ਹਨ ਕੀ ਹੋਵਤ ਅਰਦਾਸ। ਸਾਰਿਆਂ ਦੀ ਅਰਦਾਸ ਹੋਈ ਹੈ। ਪੂਰਨ ਹੋਵੇ ਮਨੋਰਥ ਰਾਸ। ਬੇਨਤੀ ਕੀਤੀ ਵੀ ਮਹਾਰਾਜ ਇਹਨਾਂ ਦੇ ਸਾਰੇ ਮਨੋਰਥ ਪੂਰੇ ਹੋਣ। ਆਸ ਆਨੰਦ ਸਹਿ ਰਵ ਅਸਥਾਈ। ਇਸ ਤਰ੍ਹਾਂ ਆਨੰਦ ਸਹਿਤ ਹੁਣ ਸੂਰਜ ਜਿਹੜਾ ਹੈ ਉਹ ਛਿਪ ਗਿਆ ਹੈ। ਸੋਦਰ ਚੌਂਕੀ ਭੋਗ ਸੋ ਪਾਏ। ਫਿਰ ਸੋਦਰ ਦੀ ਚੌਂਕੀ ਹੋਈ, ਉਪਰੰਤ ਭੋਗ ਪਾਇਆ ਗਿਆ। ਕਰ ਕਰ ਬੰਧਨ ਸਭ ਘਰ ਗਏ। ਬੰਧਨਾ ਕਰ ਕਰਕੇ ਫਿਰ ਸਾਰੀਆਂ ਸੰਗਤਾਂ ਘਰਾਂ ਨੂੰ ਚਲੀਆਂ ਗਈਆਂ। ਸੁੰਦਰ ਰੂਪ ਸਰਾਹਤ ਭਏ। ਮਹਾਰਾਜ ਦਾ ਸੋਹਣਾ ਸੁੰਦਰ ਸਰੂਪ ਉਹ ਸਲਾਉਂਦੇ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੀ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਖਸ਼ਟਮ ਮਹੱਲੇ ਜੋ 6ਵੇਂ ਮਹੱਲੇ ਦੀ ਕਥਾ ਹੈ। ਸ੍ਰੀ ਗੁਰੂ ਦਿੱਲੀ ਪ੍ਰਵੇਸ਼ਨ ਪ੍ਰਸੰਗ ਵਰਣਨ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਿੱਲੀ ਵਿਖੇ ਜਾਣ ਦਾ ਜੋ ਪ੍ਰਸੰਗ ਹੈ ਉਹ ਵਰਣਨ ਕੀਤਾ ਹੈ। ਨਾਮ ਚਤਰਥ ਮੰਦਰ ਹੈ, ਚੌਥੇ ਘਰ ਦਾ ਭਾਈ ਇਹ ਪ੍ਰਸੰਗ ਸੀ। ਦੋਹਰਾ ਅੱਗੇ 5ਵੇਂ ਘਰ ਦਾ ਪ੍ਰਸੰਗ ਸੰਤ ਰੇਣ ਪ੍ਰੇਮ ਸਿੰਘ ਜੀ ਕਹਿ ਰਹੇ ਹਨ। ਨਿਸਾ ਜਾਮ ਜਾਗੇ ਗੁਰੂ ਕੀਨੋ ਸੋਚ ਇਸ਼ਨਾਨ। ਹੁਣ ਸਭਾ ਪਹਿਰਾਤ ਰਹਿੰਦੀ, ਮਹਾਰਾਜ ਜਾਗੇ ਹੈ, ਸੋਚ ਇਸ਼ਨਾਨ ਕੀਤਾ ਹੈ। ਆਸਨ ਕਰ ਆਸੀਨ ਤਬ ਨਿਜ ਸਰੂਪ ਧਰ ਧਿਆਨ। ਤੇ ਆਸਣ ਕਰ ਆਸੀਨ। ਆਸੀਨ ਦਾ ਮਤਲਬ ਹੈ ਟਿਕਣਾ, ਸਥਿਤ ਹੋਣਾ। ਹੁਣ ਭਾਈ ਆਸਣ ਤੇ ਸਥਿਤ ਹੋ ਗਏ ਨੇ ਤੇ ਆਪਣੇ ਸਵੈ ਸਰੂਪ ਨਿਜ ਸਰੂਪ ਦਾ ਧਿਆਨ ਧਰਿਆ ਹੈ। ਚੌਪਈ ਆਸਾ ਵਾਰ ਸੋ ਰਾਗੀ ਗਾਵੇ। ਰਾਗੀ ਆਸਾ ਦੀ ਵਾਰ ਕੀਰਤਨ ਗਾਇਆ। ਸਿੱਖ ਜੋ ਪ੍ਰੇਮੀ ਸੁਨ ਸੁਖ ਪਾਵੇ। ਜਿਹੜੇ ਪ੍ਰੇਮੀ ਸਿੱਖ ਸੁਣਦੇ ਸੁਖ ਪਾਉਂਦੇ ਹਨ। ਸੂਰ ਉਦੇ ਸਭ ਸੂਰ ਸੋ ਆਏ। ਸੂਰ ਉਦੇ, ਸੂਰ ਦੇਖੋ, ਸੂਰ ਦੇ ਅਰਥ ਪ੍ਰਕਰਨ ਦੇ ਮੁਤਾਬਕ ਹੁੰਦੇ ਆ। ਸੂਰ ਸੂਕਰ ਨੂੰ ਵੀ ਕਹਿੰਦੇ ਆ। ਜਿਵੇਂ ਆਮ ਆਪਾਂ ਕਹਿੰਦੇ ਵੀ ਸੂਰ ਹੈ, ਪਸ਼ੂਆਂ 'ਚ ਆ ਗਿਆ, ਜਾਨਵਰਾਂ 'ਚ। ਇਹਨੂੰ ਗੁਰਬਾਣੀ ਵਿੱਚ ਸੂਕਰ ਕਿਹਾ। ਤੇ ਫਿਰ ਸੂਰ ਨਾਮ ਸੂਰਜ ਦਾ ਹੈ। ਫਿਰ ਸੂਰ ਨਾਮ ਸੂਰਮਿਆਂ ਦਾ ਹੈ। ਇਸ ਤਰ੍ਹਾਂ ਵੱਖ-ਵੱਖ ਅਰਥ ਬਣ ਜਾਂਦੇ ਆ। ਸੂਰ ਉਦੇ ਸਭ ਸੂਰ ਸੋ ਆਏ। ਸੂਰਜ ਉਦੇ ਹੋਇਆ ਤਾਂ ਸਾਰੇ ਜਿਹੜੇ ਸੂਰਮੇ ਹਨ ਉਹ ਆ ਗਏ ਨੇ। ਗੁਰ ਤੰਬੂ ਦਰ ਪਰ ਸਮਦਾਈ। ਗੁਰੂ ਸਾਹਿਬ ਦੇ ਤੰਬੂ ਦੇ ਦਰ ਭਾਵ ਦਰਵਾਜ਼ੇ ਉੱਤੇ ਸਾਰੇ ਹੀ
ਸ੍ਰੀ ਗੁਰ ਹਰਿ ਗੋਬਿੰਦ ਮਨਿੰਦੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਿਕਸੇ ਜੁਗ ਲੋਚਨ ਅਰਬਿੰਦੇ। ਉਹਨਾਂ ਦੇ ਮਨਿੰਦੇ ਮਨ ਦੀ ਇੱਛਾ ਸਹਿਤ ਦੋਵੇਂ ਜਿਹੜੇ ਲੋਚਨ ਨੇ ਉਹ ਕਮਲ ਨੇਤਰ ਕਮਲ ਬਿਕਸੇ ਨੇ ਖਿੜੇ ਹਨ। ਸੁੰਦਰ ਬਸਤਰ ਸ਼ਸਤਰ ਸਜਾਏ। ਇਹ ਸੋਹਣੇ ਸੁੰਦਰ ਬਸਤਰ ਪਹਿਨੇ ਹੈ ਔਰ ਸ਼ਸਤਰ ਸਜਾਏ ਹਨ। ਕਲਗੀ ਅਤ ਸਿਰ ਸੋਭਾ ਪਾਏ। ਸੀਸ ਤੇ ਕਲਗੀ ਜਿਹੜੀ ਬਹੁਤ ਹੀ ਜ਼ਿਆਦੇ ਸੋਭਾ ਪਾਉਂਦੀ ਹੈ। ਵਹਿਰ ਫਰਸ਼ ਕਰਵਾਏ ਵਿਸਾਲਾ। ਫਿਰ ਬਾਹਰ ਸਾਰੇ ਬਹੁਤ ਵੱਡਾ ਫਰਸ਼ ਗਲੀਚੇ ਵਿਛਾਉਣੇ ਉਹ ਕਰਵਾ ਦਿੱਤੇ। ਤੰਬੂ ਤੇ ਨਿਕਸੇ ਤਹਿ ਕਾਲਾ। ਉਸ ਸਮੇਂ ਮਹਾਰਾਜ ਫਿਰ ਤੰਬੂ ਵਿੱਚੋਂ ਨਿਕਲੇ ਹਨ। ਖਰੇ ਸਕਲ ਹੋਏ ਬੰਧਨ ਠਾਨੀ। ਸਾਰੇ ਖੜੇ ਐ, ਸਭ ਨੇ ਨਮਸਕਾਰ ਕੀਤੀ। ਦਰਸ਼ਨ ਕਰਤ ਗੁਰੂ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰੂ ਦੇ ਦਰਸ਼ਨ ਕਰਦੇ ਹਨ। ਕੰਚਨ ਖਚਤ ਪ੍ਰਿਅੰਕ ਵਡੇਰਾ। ਸੋਨੇ ਨਾਲ ਜੜਤ ਬਹੁਤ ਸੁੰਦਰ ਵੱਡਾ ਪਲੰਗ ਹੈ। ਆਸਤਰਨ ਤੇ ਮਿਰਦਲ ਕਨੇਰਾ। ਸੋਹਣੇ ਵਿਛਾਈਆਂ ਨਾਲ ਬਹੁਤ ਹੀ ਜੋ ਕੋਮਲ ਹੈ। ਬੈਠੇ ਲੱਗਿਓ ਦੀਵਾਨ ਮਹਾਨਾ। ਜੋ ਬੈਠੇ ਹੈ ਮਹਾਰਾਜ ਤੇ ਮਹਾਨ ਦੀਵਾਨ ਲੱਗ ਗਿਆ। ਐਸੇ ਸੋਹਣੇ ਸੁੰਦਰ ਪਲੰਗ ਹੁੰਦੇ ਸੀ ਮਹਾਰਾਜ ਦੇ, ਜਿਨ੍ਹਾਂ ਤੇ ਬਹੁਤ ਸੁੰਦਰ ਜੜਤਕਾਰੀ ਸੋਨਾ ਲੱਗਿਆ, ਹੀਰੇ ਲੱਗੇ ਤੇ ਭਾਵ ਬੜਾ ਕੀਮਤੀ, ਜਿਹਦੇ ਉੱਤੇ ਸਤਿਗੁਰੂ ਜੀ ਬੈਠਦੇ ਆ। ਹੁਣ ਤਾਂ ਬੁੱਧੀ ਹੋ ਗਈ ਹੋਰ, ਇਹ ਤਾਂ ਵਿੱਚ ਗੱਲ ਕਰਨੀ ਪੈ ਜਾਂਦੀ ਹੈ ਕਿ ਅੱਜ ਕੱਲ ਕਈ ਵਾਰ ਨਾ ਅਸੀਂ ਗੱਲ ਸੁਣ ਕੇ ਫਿਰ ਮਨ ਵਿੱਚ ਸੋਚ ਲੈਨੇ ਵੀ ਸ਼ਾਇਦ ਉਹਨੇ ਗੱਲ ਸਹੀ ਨਾ ਕਹੀ ਹੋਵੇ। ਅੱਜ ਬਹੁਤ ਐਸੀ ਨਿੰਦਿਆ ਹੁੰਦੀ ਹੈ ਵੀ ਦੇਖੋ ਜੀ ਗੁਰੂ ਸਾਹਿਬ ਸੋਨੇ ਦੀਆਂ ਪਾਲਕੀਆਂ 'ਚ ਪ੍ਰਕਾਸ਼ ਕਰ ਲਏ ਤੇ ਮਹਾਰਾਜ ਤਾਂ ਕਹਿੰਦੇ ਕੂੜ ਸੋਨਾ। ਵੀ ਉਹ ਇੱਕ ਪ੍ਰਚਾਰਕ ਬੋਲ ਰਿਹਾ ਸੀ, ਕਹਿੰਦਾ ਇਹ ਮਨਮੱਤ ਹੈ, ਜਿਹੜੇ ਗੁਰੂ ਨੂੰ ਸੋਨੇ ਦੀ ਪਾਲਕੀ 'ਚ ਪ੍ਰਕਾਸ਼ ਕਰੀ ਬੈਠੋ ਤੇ ਸੋਨੇ ਦੀ ਪਾਲਕੀ 'ਚ ਬੈਠਾ ਵੀ ਕਹਿ ਰਿਹਾ ਕੂੜ ਸੋਨਾ, ਵੀ ਸੋਨਾ ਕੂੜ ਹੈ। ਉਹ ਹੁਣ ਅਸਲ ਵਿੱਚ ਇਹ ਹੈ ਵੀ ਉਹਨਾਂ ਨੇ ਦੇਖਣਾ ਹੁੰਦਾ ਤਰਕ। ਇੱਕ ਤੇ ਆਹ ਗੱਲਾਂ ਬੜੀਆਂ ਹੋ ਗਈਆਂ ਵੀ ਕੀ ਫਾਇਦਾ ਜੀ, ਕਿਸੇ ਗਰੀਬ ਨੂੰ ਦੇ ਦਿਓ, ਫਲਾਨੇ ਪੜ੍ਹਾਈ ਤੇ ਲਾ ਦਿਓ ਟਮਕਾ। ਵੀ ਗੁਰੂ ਵਾਲੀ ਸਭ ਕੁਝ ਲਾਉਣਾ, ਤੁਸੀਂ ਆਪਦਾ ਲਾ ਦਿਓ, ਘਰ ਵੇਚ ਕੇ ਲਾ ਦਿਓ। ਜਿਹੜੀ ਚੀਜ਼ ਗੁਰੂ ਦੇ ਦਰ ਤੇ ਹੈ ਉਹਦੇ ਤੇ ਤਰਕ ਕਰਨੀ ਹੈ। ਇਹ ਇੱਥੇ ਕੀ ਲੋੜ ਸੀ ਗਰੀਬ ਨੂੰ ਦੇਣ ਦੇ, ਕਿ ਤੁਸੀਂ ਘਰਾਂ 'ਚ ਰਹਿੰਦੇ ਹੋ, ਛੋਟਾ ਕਰ ਲਓ, ਅੱਧਾ ਗਰੀਬ ਨੂੰ ਦੇ ਦਿਓ, ਜ਼ਮੀਨ ਜਾਇਦਾਦ ਉਹ 'ਚ ਦੇ ਦਿਓ। ਜੇ ਨੌਕਰੀ ਕੋਈ ਕਰਦਾ ਅੱਧੀ ਪੈਨਸ਼ਨ ਦੇ ਦਿਆ ਕਰੋ ਜਾਂ ਤਨਖਾਹ, ਫਿਰ ਤਾਂ ਹੋਵੇ ਵੀ ਹਾਂ ਇਹ ਗਰੀਬ ਦਾ ਭਲਾ ਕਰ। ਨਹੀਂ, ਜਦੋਂ ਕਿੰਤੂ ਕਰਨਾ ਗੁਰੂ ਕੀਆਂ ਗੋਲਕਾਂ ਤੇ, ਗੁਰੂ ਕੇ ਸਥਾਨਾਂ ਤੇ, ਵੀ ਇੱਥੇ ਕੀ ਫਾਇਦਾ ਜੀ। ਇਹ ਲਾਏ ਹੋ ਜਾਵੇ, ਇੱਥੋਂ ਹਟਾ ਕੇ ਗਰੀਬ ਨੂੰ ਦਿਓ ਤੇ ਘਰ ਤੁਹਾਡਾ। ਵਾ ਕਈ ਇੱਕੋ ਵਿਦੇਸ਼ ਵਿੱਚ ਬਾਹਰ ਬੈਠੇ ਆ, 25 ਸਾਲੀਆਂ ਆ ਕੇ ਜਿੰਦੇ ਖੋਲਦੇ ਆ ਘਰ ਦੇ। ਤਰਕਾਂ ਕਰਨਗੇ ਜੀ ਐਵੇਂ ਗੁਰੂ ਘਰਾਂ ਤੇ ਇੱਟਾਂ ਲਾਈ ਜਾਂਦੇ ਹੋ, ਗਰੀਬ ਗੁਰਬੇ ਨੂੰ ਦਿਓ ਕਿਸੇ ਨੂੰ। ਵੀ ਤੂੰ ਆ ਕੇ 5 ਸਾਲਾਂ ਬਾਅਦ ਮਹੀਨਾ ਰਹਿਣਾ, ਤੂੰ ਉਹ 2 ਕਮਰੇ ਪਾ ਲਾ, ਫਿਰ ਗਰੀਬ ਨੂੰ ਦੇ ਜਾ ਸਾਰਾ ਕੁਛ। ਇਹ ਆਪ ਦਾ ਤਾਂ ਕਹਿੰਦੇ ਸਾਡਾ ਤਾਂ ਸਾਰੀ ਦੁਨੀਆ ਦੀ ਧਨ ਸਾਡੇ ਘਰੇ ਆ ਜੇ, ਸਾਰੀ ਦੁਨੀਆ ਦੀ ਜਾਇਦਾਦ ਮੇਰੇ ਕੋਲੇ ਹੋਵੇ। ਗਰੀਬ ਦੀ ਮਦਦ ਸਿਰਫ ਇਹ ਵੀ ਜਿਹੜਾ ਗੁਰੂ ਘਰ ਦੇਣਾ ਨਾ ਉੱਥੇ ਬੰਦ ਕਰਕੇ ਦਿਓ। ਇਹ ਸਾਡੀ ਮਨਮੱਤ ਹੈ ਤੇ ਅਸਲ ਵਿੱਚ ਇਹ ਬਹੁਤ ਵੱਡੀ ਸਾਜ਼ਿਸ਼ ਹੈ। ਇਹੋ ਜਿਹਾ ਪ੍ਰਚਾਰ ਕਰੋ, ਕੋਸ਼ਿਸ਼ ਕਰੋ ਜੇ ਗੁਰੂ ਘਰਾਂ ਨੂੰ ਜਿੰਦੇ ਲੱਗ ਜਾਣ ਫੇਰ ਇਹਨਾਂ ਦੇ ਘਰੇ ਚਾਅ ਚੜਨਗੇ।
ਪਰ ਇਹ ਗੁਰਮੁਖੋ ਲੱਗਣੇ ਨਹੀਂ। ਜਿੰਨਾ ਮਰਜੀ ਕੁਛ ਬੋਲੀ ਜਾਣ। ਉਹ ਹੁਣ ਕਹਿੰਦੇ ਵੀ ਕੂੜ ਸੋਨਾ। ਪਾਲਕੀਆਂ ਤਾਂ ਗੁਰੂ ਸਾਹਿਬ ਦੇ ਮੌਕੇ ਵੀ ਸੋਨੇ ਦੀਆਂ ਬਣਦੀਆਂ ਰਹੀਆਂ, 10 ਪਾਤਸ਼ਾਹੀਆਂ ਹੁਣ ਵੀ ਬਣਦੀਆਂ, ਅੱਗੇ ਬਣ ਜਾਣੀਆਂ। ਸੋਨਾ ਕੀ ਹੈ? ਧਾਤ ਹੀ ਹੈ ਇੱਕ। ਜਿਵੇਂ ਲੋਹਾ ਚਾਂਦੀ ਹੈ, ਉਸੇ ਤਰ੍ਹਾਂ ਇਹ ਧਾਤ ਹੈ। ਹਾਂ, ਕੀਮਤ 'ਚ ਫਰਕ ਪੈ ਗਿਆ। ਹੁਣ ਆਪਾਂ ਵੀ ਤਾਂ ਸੋਹਣਾ ਸੁੰਦਰ ਬਣਨ ਵਾਸਤੇ ਦੁਨੀਆ ਸੋਨੇ ਦੇ ਗਹਿਣੇ ਬਣਾ ਲੈਂਦੀ ਹੈ, ਲੋਹੇ ਦੇ ਕਾਹਤੋਂ ਨਹੀਂ ਬਣਾਉਂਦੇ ਵੀ? ਕਿਉਂਕਿ ਉਹ ਕੀਮਤੀ ਹੈ, ਉਹ ਸਾਡੇ ਸ਼ਿੰਗਾਰ ਨੂੰ ਹੋਰ ਵਧਾ ਦਿੰਦਾ। ਇਸ ਕਰਕੇ ਅਸੀਂ ਸੋਚਦੇ ਹਾਂ। ਤੇ ਗੁਰੂ ਮਹਾਰਾਜ ਦੇ ਦਰ ਤੇ ਇਹ ਇੱਕ ਗੁਰਮੁਖੋ ਪਦਾਰਥ ਹੈ, ਇੱਕ ਧਾਤ ਹੈ ਸਾਡੇ ਤੇ। ਮਹਾਰਾਜ ਨੇ ਮਿਹਰਾਂ ਕੀਤੀਆਂ। ਜਿਹੜੇ ਸਿੱਖ ਤੇ ਕਿਰਪਾ ਕਰਦਾ ਉਹ ਹੁਣ ਜੇ ਸੋਨੇ ਦੀ ਪਾਲਕੀ ਬਣਾ ਲਿਆ, ਉਹ ਤੇ ਅਰਦਾਸ ਕਰਦਾ ਵੀ ਮਾਲਕਾ ਹੋਰ ਹਿੰਮਤ ਬਖਸ਼, ਇਹਦੇ 'ਚ ਹੀਰੇ ਮੋਤੀ ਜੜਨ ਦੀ ਤਾਕਤ ਵੀ ਦੇ ਦੇ। ਉਹ ਵੀ ਜੜਦੀ ਏ, ਪਰ ਉਹ ਪੰਗਤੀ ਪੜ੍ਹਨਗੇ ਕੂੜ ਸੋਨਾ। ਫਿਰ ਉਦੋਂ ਗਾਹਾਂ ਵੀ ਪੜ੍ਹ ਲਓ, ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਤੇ ਕੂੜ ਕਾਇਆ, ਕੂੜ ਕੱਪੜ। ਫਿਰ ਮਹਾਰਾਜ ਤਾਂ ਸਰੀਰ ਨੂੰ ਵੀ ਕੂੜ ਕਹਿੰਦੇ ਆ। ਫਿਰ ਤਾਂ ਖੁਦਕੁਸ਼ੀ ਕਰ ਲਓ ਫਿਰ ਤੁਸੀਂ, ਜਿਹੜੇ ਕਹਿੰਦੇ ਕੂੜ ਸੋਨਾ। ਸੋਨੇ ਦੀ ਲੋੜ ਨਹੀਂ। ਇਹਨੂੰ ਪੁੱਛੇ ਵੀ ਆ ਜਿਹੜੀ ਤੂੰ 3.5 ਮਣ ਦੀ ਦੇਹੀ ਲਈ ਫਿਰਦਾ, ਇਹਦੀ ਵੀ ਕੋਈ ਲੋੜ ਨਹੀਂ। ਇਹਨੂੰ ਵੀ ਤਾਂ ਗੁਰੂ ਗ੍ਰੰਥ ਸਾਹਿਬ ਕੂੜ ਹੀ ਕਹਿੰਦਾ ਹੈ। ਜਿਹੜੇ ਸਰੀਰ ਤੇ ਵਸਤਰ ਪਾਈ ਫਿਰਦੇ ਇਹਨੂੰ ਵੀ ਕੂੜ ਕਿਹਾ। ਗੁਰੂ ਮਹਾਰਾਜ ਤੇ ਤਰਕ ਕਰਨ ਵਾਲਾ ਇਦੂ ਤੇ ਫਿਰ ਤੂੰ ਇਹ ਬਚਨ ਮੰਨ ਗੁਰੂ ਦਾ ਕਿ ਮਹਾਰਾਜ ਤਾਂ ਭਾਈ ਦੇਹੀ ਨੂੰ ਕੂੜ ਕਹਿੰਦੇ ਨੇ, ਆਪਾਂ ਤਾਂ ਅੱਜ ਹੀ ਖਤਮ ਕਰਦੇ ਇਹਨੂੰ, ਆਪਦੀ ਦੇਹੀ ਨੂੰ। ਫੇਰ ਤਾਂ ਹੋਵੇ, ਨਹੀਂ ਉਹ ਕਿੰਤੂ ਕਰਨਾ ਗੁਰੂ ਸਾਹਿਬ ਵੱਲ। ਇਹ ਜਿਹੜੀ ਹੈ ਨਾ ਬਿਰਤੀ, ਇਹ ਕੋਈ ਵਧੀਆ ਨਹੀਂ। ਗੁਰੂ ਮਹਾਰਾਜ ਦੇ ਤੀਰਾਂ ਨੂੰ ਸੋਨਾ ਲੱਗੇ, ਗੁਰੂ ਮਹਾਰਾਜ ਦੇ ਘੋੜਿਆਂ ਨੂੰ ਕਾਠੀਆਂ ਹੀਰੇ ਜਰਾ ਜਵਾਰਤ ਦੇ ਵਿੱਚ ਜੜੇ ਹੁੰਦੇ ਸੀ। ਤੇ ਖਾਲਸੇ ਦਾ ਵੀ ਤੁਸੀਂ ਵੇਖੋ, ਜਦੋਂ ਬਾਅਦ ਚ ਮਿਸਲਾਂ ਦਾ ਵੀ ਰਾਜ ਆਇਆ, ਜਦੋਂ ਤਾਂ ਹੱਥ ਲੱਗ ਜਾਣੇ ਪਦਾਰਥ, ਉਦੋਂ ਤਾਂ ਖਾਲਸੇ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਵੀ ਸੋਨਾ ਲਾ ਦੇਣਾ। ਤੇ ਜਦੋਂ ਹਾਲਾਤ ਉਹੇ ਜਿਹੇ ਵੀ ਆ ਜਾਣੇ, ਇਕੱਲੇ ਕਸ਼ਹਿਰੇ ਤੇ ਸਿਰ ਉੱਤੇ ਇੱਕ ਪਰਨਾ, ਇੰਨੇ ਸਿਰਫ ਗਾਤਰਾ, ਬਾਕੀ ਤਨ ਤੇ ਕੋਈ ਨਾ ਬਸਤਰ ਨਾ ਪੈਰਾਂ 'ਚ ਜੋੜਾ, ਇਹੋ ਜਿਹੇ ਵੀ ਹਾਲਾਤ। ਪਰ ਉਹ ਖਾਲਸੇ ਦਾ ਅੰਤਰੀਵ ਦੇਖੋ, ਜਦੋਂ ਧਨ ਦੌਲਤ ਆ ਗਿਆ, ਘੋੜਿਆਂ ਦੀਆਂ ਕਾਠੀਆਂ ਨੂੰ ਸੋਨਾ ਲਾਇਆ ਉਹਨਾਂ ਨੇ, ਪਰ ਬਾਣੀ ਨਹੀਂ ਭੁੱਲੇ, ਆਪਣੀ ਰਹਿਤ ਨਹੀਂ ਭੁੱਲੇ, ਗੁਰੂ ਤੋਂ ਬੇਮੁਖ ਨਹੀਂ ਹੋਏ। ਜਦੋਂ ਗੁਰਮੁਖੋਂ ਫਾਕੇ ਕੜਾਕੇ ਆਏ, ਤਨ ਨੰਗੇ, ਕੱਲਾ ਕਸ਼ਹਿਰਾ, ਪੈਰਾਂ 'ਚ ਜੋੜਾ ਨਹੀਂ, ਸਿਰਫ ਸਿਰ ਤੇ ਦਸਤਾਰਾ। ਹਫਤਾ ਇੱਕ 7 ਦਿਨ ਛਕਣ ਨੂੰ ਸੀ ਕੋਈ ਮਿਲਦਾ। ਬਾਣੀ ਫਿਰ ਵੀ ਨਹੀਂ ਭੁੱਲੇ, ਗੁਰੂ ਤੋਂ ਫਿਰ ਵੀ ਮੁੱਖ ਨਹੀਂ ਮੋੜਿਆ। ਇਹ ਹੈ ਇੱਕ ਸਮਬਿਰਤੀ ਰੱਖਣੀ, ਤੇ ਖਾਲਸੇ ਦੀ ਸਮਬਿਰਤੀ ਰਹੀ ਹੈ। ਇਸ ਕਰਕੇ ਗੁਰਮੁਖੋ ਇਹ ਤਾਂ ਧਾਤਾਂ ਨੇ, ਖਾਲਸਾ ਨਹੀਂ ਇਹਨਾਂ ਚੀਜ਼ਾਂ ਦੀ। ਉਹ ਕਹਿੰਦਾ ਆਉਂਦੀਆਂ ਜਾਂਦੀਆਂ ਰਹਿਣੀਆਂ, ਆ ਗਈਆਂ ਗੁਰੂ ਦੇ ਦਰ ਤੇ ਭੇਟ ਕਰਤੀਆਂ, ਨਹੀਂ ਹੈ ਤਾਂ ਵੀ ਕੋਈ ਗੱਲ ਨਹੀਂ। ਜਦੋਂ ਮਹਾਰਾਜ ਦੀ ਮਰਜ਼ੀ ਹੈ, ਗੁਰੂ ਸਾਹਿਬ ਅੱਗੇ ਬੇਨਤੀਆਂ ਵੀ ਮਹਾਰਾਜ ਜਿਹੇ ਜੀ ਤੂੰ ਸੇਵਾ ਕਰਾਉਣੀ ਉਹਨਾਂ ਨੂੰ ਕੁਛ ਬਖਸ਼ ਦੇ। ਫਿਰ ਹੁਣ ਜੀ ਤੋਂ ਮਹਾਰਾਜ ਨੇ ਉਹ ਜਿਹੀਆਂ ਸੇਵਾਵਾਂ ਕਰਾਉਣੀਆਂ ਉਹਨਾਂ ਨੂੰ ਵੱਧ ਦੇ ਦਿੰਦਾ। ਇੱਕ ਨੂੰ ਫਿਰ ਆਪ ਭੁਲਾਉਣਾ ਵੀ ਹੁੰਦਾ ਉਹਦੇ ਕਰਮਾਂ ਕਰਕੇ, ਕਈ ਵਾਰ ਉਹਨੂੰ ਫਿਰ ਪਦਾਰਥ ਇੰਨੇ ਦੇ ਦਿੰਦਾ, ਆਪਦਾ ਦਾਰੀ ਭੁਲਾ ਦਿੰਦਾ। ਜਿਵੇਂ ਬੇੜੀ ਨੂੰ ਭਰ ਦੇਵੇ ਨਾ, ਪਾਣੀ ਪੈ ਜੇ ਬੇੜੀ 'ਚ ਡੁੱਬੀ ਜਾਂਦੀ ਹੈ, ਪਰ ਗੁਰਮੁਖੋ ਚਲਦੀ ਵੀ ਉਹ ਪਾਣੀ ਵਿੱਚ ਹੀ ਹੈ। ਤੋ ਰਹੋ ਵਿਚਾਰ। ਇੱਥੇ ਹੀ ਆਪਾਂ ਹੁਣ ਅੱਗੇ ਇਤਿਹਾਸ, ਕੰਚਨ ਖਚਤ ਪ੍ਰਿਅੰਕ ਵਡੇਰਾ, ਕਿ ਸੋਨੇ ਨਾਲ ਮੜਿਆ ਹੋਇਆ, ਜੜਿਆ ਹੋਇਆ ਵੱਡਾ ਮਹਾਰਾਜ ਦਾ ਪਲੰਗ ਹੈ। ਆਸਤਰਨ ਤੇ ਮਿਰਦਲ ਕਨੇਰਾ, ਸੋਹਣਾ ਗਦੈਲਾ ਵਿਛਾਈਆਂ, ਵਿਛਾ ਕੇ ਬਹੁਤ ਹੀ ਜੋ ਕੋਮਲ ਹੈ। ਬੈਠੇ ਲੱਗੇ ਉਹ ਦੀਵਾਨ ਮਹਾਨਾ, ਤੇ ਬੈਠੇ ਹਨ ਵੱਡਾ ਦੀਵਾਨ ਸਜਿਆ ਹੈ। ਜੋਦਾ ਤੇਰੇ ਸ਼ਸਤਰ ਧਰ ਨਾਨਾ, ਸ਼ਸਤਰ ਧਾਰ ਕੇ
ਬਹੁਤ ਜਿਹੜੇ ਯੋਧੇ ਹਨ ਉਹ ਵੀ ਖੜੇ ਹਨ। ਸਿੱਖ ਮਸੰਦ ਸੇਵਕ ਸਮੁਦਾਇ, ਤੇ ਹੋਰ ਸਿੱਖ ਮਸੰਦ ਸੇਵਕ ਜੋ ਸਾਰੇ ਹਨ। ਖਰੋ ਮੇਵਰਾ ਅਰਜ ਅਲਾਈ, ਮੇਵੜਾ ਸਿੱਖ ਖੜ ਕੇ ਬੇਨਤੀਆਂ ਅਰਦਾਸਾਂ ਕਰਦਾ ਹੈ। ਪੁਰਬਾਸੀ ਸਿੱਖ ਕਰੇ ਕਰਾਹੀ, ਨਗਰ ਦੇ ਦਿੱਲੀ ਦੇ ਲੋਕਾਂ ਨੇ ਕੜਾਹ ਪ੍ਰਸ਼ਾਦ ਤਿਆਰ ਕੀਤਾ ਹੈ। ਆਵਨ ਲੱਗੇ ਗੁਰੂ ਕੇ ਪਾਹੀ, ਉਹ ਵੀ ਗੁਰੂ ਸਾਹਿਬ ਦੇ ਕੋਲ ਆਉਣ ਲੱਗੇ ਹਨ। ਜਿਨਹੁ ਭਾਵਨੀ ਪੂਰਨ ਹੋਈ, ਜਿਨ੍ਹਾਂ ਦੀ ਫਿਰ ਕੋਈ ਭਾਵਨਾ ਸੀ ਉਹ ਪੂਰੀ ਹੋਈ। ਅਰਪਨ ਲੱਗੇ ਭੇਟ ਆਸੋਈ, ਉਹ ਆ ਕੇ ਗੁਰੂ ਸਾਹਿਬ ਕੋਲੇ ਭੇਟਾਵਾਂ ਅਰਪਣ ਕਰਨ ਲੱਗ ਪਏ। ਪੁਰ ਤੇ ਗੁਰ ਲਗ ਲਾਰੋ ਪਰਿਉ, ਨਗਰ ਤੋਂ ਲੈ ਕੇ ਦਿੱਲੀ ਤੋਂ, ਹੁਣ ਤਾਂ ਦਿੱਲੀ ਦੇ ਵਿੱਚ ਆ ਗਿਆ ਨਾ ਜਮਨਾ ਜਾਂ ਹੋਰ। ਪਹਿਲਾਂ ਤਾਂ ਜਿਹੜੀ ਪੁਰਾਣੀ ਦਿੱਲੀ ਲਾਲ ਕਿਲੇ ਦੇ ਆਲੇ ਦੁਆਲੇ ਸੀ ਥੋੜੀ ਜੀ, ਉਦੋਂ ਉੱਥੋਂ ਤੇ ਲੈ ਕੇ ਮਜਨੂ ਕੇ ਟਿੱਲੇ ਤੱਕ ਲਾਰੋ ਭਰਿਓ। ਲਾਰਾ ਭਾਵ ਹੁੰਦਾ ਵੀ ਦੁਨੀਆ ਦਾ ਆਉਣਾ ਜਾਣਾ ਬਣਿਆ, ਇੰਨੀ ਸੰਗਤ ਆ ਰਹੀ ਹੈ। ਦਰਸ਼ਨ ਕਰਨ ਪ੍ਰੇਮ ਔਰ ਭਰਿਓ, ਦਰਸ਼ਨ ਕਰਨ ਵਾਸਤੇ ਜਿਨ੍ਹਾਂ ਦਾ ਹਿਰਦਾ ਪ੍ਰੇਮ ਨਾਲ ਭਰਿਆ ਹੋਇਆ ਹੈ। ਕੋਸ ਸੈਂਕੜੇ ਜਿਨ ਹਿਤ ਜਾਤੇ, ਕਿਉਂ ਸੋਚਦੇ ਐ ਉਹ ਭਾਈ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਆਪਾਂ ਨੂੰ ਸੈਂਕੜੇ ਕੋਹ ਦਿੱਲੀੋਂ ਚੱਲ ਕੇ ਅੰਮ੍ਰਿਤਸਰ ਜਾਣਾ ਪੈਂਦਾ ਸੀ। ਆਏ ਘਰ ਮਹਿ ਸੋ ਸੁਖ ਦਾਤੇ, ਉਹ ਸੁੱਖਾਂ ਦਾ ਦਾਤਾ ਹੁਣ ਦੇਖੋ ਆਪਣੇ ਘਰ ਹੀ ਆਇਆ ਹੋਇਆ ਹੈ। ਕੋ ਅਸਮੰਦ ਭਾਗ ਹੈ ਭਾਰੀ, ਕੋਈ ਭਾਈ ਐਸਾ ਮਾੜੇ ਭਾਗਾਂ ਵਾਲਾ, ਬਹੁਤੇ ਮਾੜੇ ਭਾਗਾਂ ਵਾਲਾ ਹੀ ਹੋਊਗਾ। ਆਏ ਨਹੀਂ ਗੁਰ ਦਰਸ ਨਿਹਾਰੇ, ਜਿਹਨੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕੀਤੇ। ਹੋਣ ਲੱਗੀ ਸਭ ਕੀ ਅਰਦਾਸ, ਸਭ ਦੀਆਂ ਅਰਦਾਸਾਂ ਹੋਣ ਲੱਗੀਆਂ ਹਨ। ਵਰਤਹਿ ਪੰਚਾਮ੍ਰਿਤ ਗੁਰ ਪਾਸ, ਸਤਿਗੁਰੂ ਕੋਲੇ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਵਰਤਦਾ ਹੈ। ਬਹੁ ਉਤਸ਼ਵ ਕਰ ਕਰ ਨਰ ਨਾਰੀ, ਬਹੁਤ ਉਤਸ਼ਾਹ ਖੁਸ਼ੀ ਕਰ ਕਰਕੇ ਮਾਈ ਭਾਈ। ਦਰਸਹਿ ਗੁਰ ਪਗ ਹੋਏ ਬਲਿਹਾਰੀ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਸਤਿਗੁਰੂ ਦੇ ਚਰਨਾਂ ਤੋਂ ਬਲਿਹਾਰ ਜਾਂਦੇ ਨੇ। ਇਤਨੇ ਮਹਿ ਵਜ਼ੀਰ ਖਾਂ ਆਇਓ, ਇਹਨੇ ਨੂੰ ਫਿਰ ਵਜ਼ੀਰ ਖਾਂ ਪਹੁੰਚਿਆ ਹੈ। ਪਗ ਪੰਕਜ ਪਰ ਸੀਸ ਨਿਵਾਇਓ, ਮਹਾਰਾਜ ਦੇ ਚਰਨਾਂ ਕਮਲਾਂ ਤੇ ਉਸਨੇ ਸੀਸ ਨਿਵਾਇਆ ਹੈ। ਪੁਨਹ ਬੇਨਤੀ ਐਸ ਕਰਾਈ, ਫਿਰ ਉਸਨੇ ਇਸ ਤਰ੍ਹਾਂ ਬੇਨਤੀ ਕਰਵਾਈ। ਦਰਸ਼ਨ ਹਿਤ ਆਵੈ ਨਰ ਰਾਈ, ਨਰ ਰਾਈ ਨਰਾਂ ਦਾ ਰਾਜਾ ਭਾਵ ਜੋ ਬਾਦਸ਼ਾਹ ਜਹਾਂਗੀਰ ਹੈ। ਵਜ਼ੀਰ ਖਾਂ ਕਹਿੰਦਾ ਮਹਾਰਾਜ ਉਹ ਦਰਸ਼ਨ ਕਰਨ ਵਾਸਤੇ ਆ ਰਿਹਾ ਹੈ। ਫਰਸ਼ ਅਕੇਲਾ ਇੱਕ ਦਿਸ ਥਾਇਓ, ਇੱਕ ਪਾਸੇ ਕੱਲਾ ਇੱਕ ਫਰਸ਼ ਵਿਛਾਇਆ ਹੋਇਆ ਸੀ। ਪਾਤਸ਼ਾਹ ਇਤਨੇ ਮਹਿ ਆਇਓ, ਇੰਨੇ ਨੂੰ ਬਾਦਸ਼ਾਹ ਜਹਾਂਗੀਰ ਪਹੁੰਚਿਆ ਹੈ। ਜਿਸ ਕੇ ਸੰਗ ਵੱਡੇ ਉਮਰਾਈ, ਜਿਹਦੇ ਨਾਲ ਉਸ ਸਮੇਂ ਵੱਡੇ ਉਮਰਾਵ ਭਾਵ ਵਜ਼ੀਰ ਹਨ। ਕਰੀ ਬੰਦਨਾ ਗੁਰ ਪਗ ਆਈ, ਬਾਦਸ਼ਾਹ ਨੇ ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਬੰਦਨਾ ਕੀਤੀ। ਸਨਮਾਨਤ ਗੁਰ ਤਹਿ
ਕਿਉਂਕਿ ਦੇਸ਼ ਦਾ ਰਾਜਾ ਹੈ, ਉਹਨੂੰ ਸਤਿਕਾਰ ਨਾਲ ਮਹਾਰਾਜ ਨੇ ਬਿਠਾਇਆ ਹੈ। ਕੁਸ਼ਲਾਨੰਦ ਪੂਛ ਇਸ ਬਾਰੀ, ਤਿਉ ਕੁਸ਼ਲ ਆਨੰਦ ਸੁਖ ਸ਼ਾਂਦ ਮਹਾਰਾਜ ਨੇ ਪੁੱਛੀ ਹੈ। ਹਜ਼ਰਤ ਹੇਰ ਬਿਸਮ ਮਨ ਥਾਇਓ, ਤੇ ਬਾਦਸ਼ਾਹ ਜਹਾਂਗੀਰ ਵੇਖ ਕੇ ਮਨ ਵਿੱਚ ਹੈਰਾਨੀ ਕਰਦਾ ਹੈ। ਇਹੋ ਸੰਤਨ ਕੀ ਗਾਦੀ ਆਇਓ, ਵੀ ਇਹ ਜਿਹੜੇ ਨੇ ਦੇਖੋ ਸੰਤਾਂ ਦੀ ਗੱਦੀ ਤੇ ਬੈਠੇ ਐ, ਸ਼ਸਤਰ ਧਾਰੇ ਐ, ਕਲਗੀ ਲੱਗੀ ਐ, ਜਿਗਾ ਲੱਗੀ ਐ, ਚੌਰ ਹੁੰਦਾ ਹੈ, ਸੋਹਣਾ ਪਲੰਗ ਹੈ, ਤੇ ਮਹਾਰਾਜਾ ਦਾ ਮਹਾਰਾਜਾ ਬੈਠਾ। ਸੋਚਦਾ ਵੀ ਸੰਤਾਂ ਦੀਆਂ, ਕਿਉਂਕਿ ਉਸ ਭਾਵਨਾ ਹੀ ਵੇਖਦਾ ਇਹ ਸੰਤਾਂ ਦੀ ਗੱਦੀ ਤੇ ਆਏ ਹਨ। ਗੁਰੂ ਪ੍ਰਥਮ ਸਭ ਤੈਸੇ ਭਏ, ਜਿਹੜੇ ਪਹਿਲੇ ਗੁਰੂ ਸਨ ਉਹ ਤਾਂ ਸਾਰੇ ਵਾਕਈ ਸੰਤਾਂ ਵਾਂਗੂ ਉਸੇ ਤਰ੍ਹਾਂ ਹੀ ਹੋਏ। ਇਨ ਕੀ ਕ੍ਰਾਂਤ ਲਿਓ ਮਤ ਨਏ, ਇਹਨਾਂ ਦੀ ਜਿਹੜੀ ਕ੍ਰਾਂਤੀ ਆਭਾ ਹੈ, ਪ੍ਰਭਤਾ ਹੈ, ਉਹ ਮਤ ਨਵੀਂ ਲੈ ਲਈ ਹੈ, ਭਾਵ ਹੋਰ ਤਰ੍ਹਾਂ ਦੀ ਇਹਨਾਂ ਧਾਰਨ ਕੀਤੀ। ਮਨਹੁ ਵੀਰ ਰਸ ਧਰਿਓ ਸਰੀਰਾ, ਕਹਿੰਦਾ ਸੋਚਦਾ ਇਹ ਤਾਂ ਇਉਂ ਲੱਗਦੇ ਆ ਮਨ ਨੂੰ ਵੀਰ ਰਸ ਨੇ ਆਪਣਾ ਸਰੀਰ ਧਾਰ ਲਿਆ ਹੋਵੇ। ਦੇਪਤ ਪ੍ਰਤਾਪ ਹਿਰਦੇ ਗੰਭੀਰਾ, ਜੋ ਮਹਾਰਾਜ ਦਾ ਤੇਜ ਪ੍ਰਤਾਪ ਪ੍ਰਕਾਸ਼ਦਾ, ਹਿਰਦੇ ਵਿੱਚ ਬੇਅੰਤ ਵਿਸ਼ਾਲਤਾ, ਡੂੰਘਾਈ, ਗੰਭੀਰਤਾ ਹੈ। ਵਹਿਰ ਵੇਖ ਮਹਿ ਫਰਕ ਮਹਾਨੀ, ਹੁਣ ਬਾਹਰ ਦਾ ਜਿਹੜਾ ਵੇਸ਼ ਹੈ ਉਹਦੇ ਵਿੱਚ ਤੇ ਬਹੁਤ ਵੱਡਾ ਫਰਕ ਹੈ ਪਹਿਲੇ ਗੁਰੂ ਸਾਹਿਬਾਨਾਂ ਨਾਲੋਂ। ਅੰਤਰ ਕੀ ਗਤ ਜਾਏ ਨਾ ਜਾਨੀ, ਪਰ ਅੰਦਰ ਦੀ ਜਿਹੜੀ ਗਤ ਹੈ, ਅੰਦਰੋਂ ਕਿਸ ਤਰ੍ਹਾਂ, ਇਹ ਹੁਣ ਬਾਦਸ਼ਾਹ ਸੋਚਦਾ ਵੀ ਮੇਰੇ ਤੋਂ ਜਾਣੀ ਨਹੀਂ ਜਾਂਦੀ। ਜੇ ਅੰਤਰ ਮਤ ਸੰਤਨ ਹੋਈ, ਜੇ ਤਾਂ ਅੰਦਰੋਂ ਜਿਹੜੀ ਮਤ ਹੈ ਸੰਤਾਂ ਵਾਲੀ ਹੋਈ, ਬਾਹਰ ਵੇਖ ਬਿਗਾੜ ਨਾ ਕੋਈ, ਫਿਰ ਬਾਹਰਲੇ ਭੇਸ ਦਾ ਕੋਈ ਵਿਗਾੜ ਨਹੀਂ ਹੈ। ਤਥਾ ਪ੍ਰਸ਼ਨ ਕਰ ਪਰਖੋਂ ਅਬੈ, ਫਿਰ ਸੋਚਦਾ ਵੀ ਹੁਣ ਕੋਈ ਪ੍ਰਸ਼ਨ ਕਰਕੇ ਇਹਨਾਂ ਨੂੰ ਪਰਖ ਕਰ ਲਈਏ। ਇਮ ਵਿਚਾਰ ਬੋਲਿਓ ਬਚ ਤਬੈ, ਇਸ ਤਰ੍ਹਾਂ ਵਿਚਾਰ ਕੇ ਬਾਦਸ਼ਾਹ ਫਿਰ ਕਹਿਣ ਲੱਗਿਆ। ਸੁਨੋ ਪੀਰ ਜੀ ਅਰਜ ਹਮਾਰੀ, हे ਪੀਰ ਜੀ ਸਾਡੀ ਬੇਨਤੀ ਸੁਣੋ। ਔਰ ਸੰਸੇ ਮੁਰ ਕਰੋ ਨਿਵਾਰੀ, ਮੇਰੇ ਹਿਰਦੇ ਦਾ ਮਨ ਦਾ ਸੰਸਾ ਉਹ ਮਹਾਰਾਜ ਨਿਵਰਤ ਕਰੋ। ਇਹੋ ਜਗ ਸਾਚ ਕੇ ਝੂਠੋ ਬਨਿਓ, ਕਿਰਪਾ ਕਰਕੇ ਦੱਸੋ ਵੀ ਜੋ ਆ ਜਗਤ ਹੈ ਇਹ ਸੱਚਾ ਹੈ ਜਾਂ ਝੂਠਾ ਬਣਿਆ ਹੈ। ਨਿਸ਼ਚੈ ਭਇਓ ਨਾ ਮੈਂ ਮਨ ਗੁਨਿਓ, ਇਹ ਮੈਂ ਮਨ ਵਿੱਚ ਵਿਚਾਰ ਲਿਆ। ਨਿਸ਼ਚੈ ਭਇਓ, ਮੈਨੂੰ ਇਸ ਗੱਲ ਦਾ ਮੈਂ ਬੜਾ ਵਿਚਾਰਿਆ, ਨਿਸ਼ਚਾ ਨਹੀਂ ਹੋਇਆ ਹੈ। ਜੇਕਰ ਸਾਚ ਇਸੇ ਠਹਿਰਾਵੋ, ਜੇਕਰ ਮਹਾਰਾਜ ਨੂੰ ਸੱਚ ਜਾਣਦੇ ਹਾਂ ਸੰਸਾਰ ਨੂੰ, ਪੂਰਬ ਮਰੇ ਨਹੀਂ ਦ੍ਰਿਸ਼ਟਾਵੋ, ਫਿਰ ਤਾਂ ਜਿਹੜੇ ਪਹਿਲਾਂ ਮਰ ਗਏ ਨੇ ਉਹ ਦੀਂਦੇ ਨਹੀਂ ਹੈ। ਜੇ ਸੱਚ ਹੋਵੇ ਉਹ ਇੱਥੇ ਹੀ ਦਿਸਣ। ਜੇਕਰ ਝੂਠੋ ਕਰੈ ਵਿਚਾਰਨ, ਜੇ ਮਹਾਰਾਜ ਜੀ ਇਹਨੂੰ ਝੂਠਾ ਵਿਚਾਰਦੇ ਹਾਂ। ਸਭ ਪ੍ਰਤੱਖ ਹੀ ਹੋਤ ਨਿਹਾਰਨ, ਫਿਰ ਇਹ ਹੈ ਕਿ ਸਾਰਾ ਕੁਝ ਮਹਾਰਾਜ ਪ੍ਰਤੱਖ ਦਿਸ ਵੀ ਰਿਹਾ, ਸਾਰਾ ਸੰਸਾਰ ਸਾਹਮਣੇ ਦੀਂਦਾ ਵੀ ਹੈ। ਸੁਨ ਸਤ ਗੁਰ ਤਾਵੇ ਉੱਤਰ ਦੀਨ, ਸੁਣ ਕਰਕੇ ਸਤਿਗੁਰੂ ਜੀ ਨੇ ਫਿਰ ਉੱਤਰ ਦਿੱਤਾ ਹੈ। ਜਬ ਨਰ ਸੁਪਤੈ ਨਿੰਦਰਾ ਲੀਨ, ਮਹਾਰਾਜ ਕਹਿੰਦੇ ਬਾਦਸ਼ਾਹ ਜਦੋਂ ਕੋਈ ਪ੍ਰਾਣੀ ਸੌਂ ਜਾਂਦਾ
ਨੀਂਦ ਦੇ ਵਿੱਚ ਉਹ ਸੁੱਤਾ ਹੁੰਦਾ ਹੈ। ਸੁਪਨ ਅਵਸਥਾ ਜਬ ਹੂ ਪਾਈ। ਜੋ ਤਿੰਨ ਅਵਸਥਾ ਨੇ, ਇੱਕ ਜਾਗਰਤ ਹੈ, ਇੱਕ ਸੁਪਨ ਹੈ, ਇੱਕ ਸੁਖੋਪਤ ਹੈ। ਜਾਗਰਤ ਜਿਵੇਂ ਸਰੀਰ ਜਾਗਦਾ ਹੈ, ਫਿਰ ਗੁਰਮੁਖੋ ਸੁਪਨ ਅਵਸਥਾ ਹੈ, ਉਹ ਨੀਂਦ ਵੀ ਸਰੀਰ ਪਿਆ ਮਨ ਜਾਗਦਾ ਤੇ ਉਹ ਫਿਰ ਹੁੰਦਾ ਸੁਪਨੇ। ਕਈ ਵਾਰ ਆਪਾਂ ਨੂੰ ਆਉਂਦੇ ਨੇ ਕਦੇ ਕੋਈ ਇਹੋ ਜਿਹਾ ਸੁਪਨਾ ਆ ਗਿਆ, ਇੱਕ ਤਾਂ ਕੁਛ ਐਸੇ ਸੁਪਨੇ ਹੁੰਦੇ ਆ ਸਵੇਰ ਨੂੰ ਯਾਦ ਰਹਿ ਜਾਂਦੇ ਆ, ਇੱਕ ਛੋਟੇ ਛੋਟੇ ਸੁਪਨੇ ਜਿਹੜੇ ਆਪਾਂ ਨਾਲ ਦੀ ਨਾਲ ਭੁੱਲੀ ਜਾਂਦੇ ਆ, ਪਰ ਇੰਨਾ ਕੁ ਜ਼ਰੂਰ ਪਤਾ ਹੁੰਦਾ ਰਾਤ ਸੁਪਨੇ ਜੇ ਬੜੇ ਆਏ। ਇੱਕ ਹੁੰਦੀ ਹੈ ਸੁਖੋਪਤੀ, ਤੇ ਸੁਖੋਪਤੀ ਹੁੰਦੀ ਹੈ ਜਦੋਂ ਮਨ ਵੀ ਸੌਂ ਜੇ। ਫਿਰ ਉਦੋਂ ਹੁੰਦਾ ਵੀ ਇੰਨੀ ਨੀਂਦ ਆਈ ਮੈਨੂੰ ਤਾਂ ਸੁਪਨਾ ਵੀ ਨਹੀਂ ਆਇਆ ਕੋਈ, ਇਹਦਾ ਮਤਲਬ ਉਦੋਂ ਮਨ ਸੌਂ ਗਿਆ। ਉਹ ਸੁਖੋਪਤੀ ਨੀਂਦ ਨੂੰ ਅਸਲ ਨੀਂਦ ਕਿਹਾ। ਜਿਹੜੀ ਸੁਪਨ ਵਾਲੀ ਨੀਂਦ ਹੈ ਉਹਨੂੰ ਆਲਸ ਕਹਿਤਾ ਗੁਰਮੁਖਾਂ ਨੇ। ਜਿਹੜਾ ਸਰੀਰ ਦਾ ਵੀ ਥਕੇਵਾਂ ਹੈ, ਕਈ ਵਾਰ ਹੁੰਦਾ ਹੈ ਨਾ, ਬੰਦਾ ਕਹਿੰਦਾ ਪਏ ਤਾਂ ਬਹੁਤ ਪਰ ਥਕੇਵਾਂ ਨਹੀਂ ਲਿਆ। ਇੱਕ ਹੁੰਦਾ ਵੀ 3-4 ਘੰਟੇ ਪਿਆ, ਕਹਿੰਦੇ ਸੌਂ ਗਏ, ਥਕੇਵਾਂ ਗੂੜੀ ਨੀਂਦ ਆ ਗਈ। ਉਹਦਾ ਭਾਵ ਕੀ ਹੈ ਕਿ ਸੁਖੋਪਤ ਅਵਸਥਾ ਚਲਿਆ ਗਿਆ, ਉਦੋਂ ਮਨ ਵੀ ਸੌਂ ਗਿਆ। ਜਦੋਂ ਮਨ ਵੀ ਸੌਂ ਜੇ ਫਿਰ ਜਾਣੋ ਕਿ ਉਹਨੂੰ ਅਸਲ ਨੀਂਦ ਕਿਹਾ, ਉਹ ਗੂੜੀ ਨੀਂਦ ਵੀ ਕਹਿੰਦੇ ਆਪਾਂ। ਜਦੋਂ ਮਨ ਜਾਗਦਾ, ਸਰੀਰ ਪਿਆ ਹੈ ਸੁੱਤਾ, ਉਹਨੂੰ ਸੁਪਨ ਵਾਲੀ ਨੀਂਦ ਹੈ। ਉਹ ਫਿਰ ਕੀ ਹੁੰਦਾ ਵੀ ਮਨ ਤਾਂ ਜਾਗ ਰਿਹਾ, ਕਲਪਨਾ ਕਰ ਰਿਹਾ, ਮਨ ਆਪਣਾ ਸੰਸਾਰ ਰਚ ਕੇ ਸਾਰਾ ਕੁਝ ਕਰ ਕਰਾ ਰਿਹਾ, ਖੁਸ਼ੀ ਗਮੀ ਕਰਦਾ ਸਭ ਕੁਝ। ਇਸ ਕਰਕੇ ਫਿਰ ਉਹ ਤਾਂ ਜਿੰਨਾ ਟਾਈਮ ਮਰਜ਼ੀ ਪਏ ਰਹੋ, ਬਾਕੀ ਜਾਗਰਤ ਹੈ। ਸਤਿਗੁਰੂ ਕਹਿੰਦੇ ਜਦੋਂ ਕੋਈ ਮਨੁੱਖ ਨੀਂਦ ਲੈਂਦਾ ਹੈ, ਸੁਪਨ ਅਵਸਥਾ ਜਬ ਹੂ ਪਾਈ, ਤੇ ਜਦੋਂ ਬਾਦਸ਼ਾਹ ਸੁਪਨ ਅਵਸਥਾ ਪਾਉਂਦਾ ਹੈ, ਸਗਲ ਜਗਤ ਜਾਣੈ ਤਿਸ ਭਾਈ, ਤੇ ਸਾਰਾ ਜਗਤ ਉਸੇ ਤਰ੍ਹਾਂ ਹੀ ਜਾਣਦਾ। ਭਾਵ ਉਹਨੂੰ ਆਹ ਸੰਸਾਰ ਤਾਂ ਭੁੱਲਿਆ ਹੁੰਦਾ, ਜੋ ਸੁਪਨੇ 'ਚ ਹੈ ਉਹੀ ਸਾਰਾ ਕੁਝ ਸੱਚ ਲੱਗਦਾ ਹੈ। ਜਬ ਲੋ ਸੁਪਨਾ ਨਰ ਕੋ ਰਹਿ, ਤੇ ਜਿੰਨਾ ਟਾਈਮ ਇਸ ਪ੍ਰਾਣੀ ਨੂੰ ਨੀਂਦ ਵਿੱਚ ਸੁਪਨਾ ਆਇਆ ਰਹਿੰਦਾ ਹੈ, ਤਬ ਲੋ ਸਾਚੋ ਹੀ ਤਿਸ ਲਹੈ, ਉਦੋਂ ਤੱਕ ਤਾਂ ਇਹ ਉਸ ਜੋ ਸੁਪਨੇ ਵਿੱਚ ਵਰਤਾਰਾ ਵਰਤਦਾ ਉਹਨੂੰ ਸੱਚ ਹੀ ਜਾਣਦਾ ਹੈ। ਭੈ ਪਾਵਤ ਅਰ ਭਾਜਿਓ ਜਾਤ, ਕਈ ਵਾਰ ਬਹੁਤ ਡਰ ਪਾਉਂਦਾ ਜਾਂ ਕਿਸੇ ਪਾਸੇ ਦੇਖੋ ਭੱਜਿਆ ਜਾਂਦਾ ਹੈ। ਕੈ ਪ੍ਰਿਯ ਦੇਖਤ ਔਰ ਹਰ ਖਾਤ, ਜਾਂ ਫਿਰ ਦੇਖੋ ਕਿਸੇ ਕੋਈ ਆਪਣੇ ਪਿਆਰੇ ਨੂੰ ਵੇਖਦਾ, ਮਨ ਵਿੱਚ ਖੁਸ਼ ਵੀ ਹੁੰਦਾ ਹੈ। ਜੇ ਸੁਪਨੇ ਕੋ ਝੂਠੋ ਜਾਣੈ, ਪਰ ਜਦੋਂ ਉਹ ਜਾਣ ਲੈਂਦਾ ਵੀ ਇਹ ਤਾਂ ਸੁਪਨਾ ਸੀ, ਇਹ ਤਾਂ ਸਭ ਝੂਠ ਹੀ ਸੀ, ਤਰਾਸ ਬਿਖਾਦ ਹਰਖ ਕਿਉਂ ਠਾਨੈ, ਫਿਰ ਭਲਾ ਦੱਸੋ ਡਰ ਝਗੜਾ ਜਾਂ ਖੁਸ਼ੀ ਉਹ ਕਿਵੇਂ ਕਰੇਗਾ। ਜਦੋਂ ਪਤਾ ਲੱਗ ਗਿਆ, ਜਾਗ ਆ ਗਈ, ਸੁਪਨਾ ਸੀ। ਹੁਣ ਜਿਹੜੀ ਸੁਪਨੇ ਵਿੱਚ ਖੁਸ਼ੀ ਗਮੀ ਡਰ ਦੁੱਖ ਸੁੱਖ ਮਿਲੇ, ਜਾਗਣ ਸਾਰ ਖਤਮ ਹੋ ਗਏ। ਹੁਣ ਤਾਂ ਨਹੀਂ ਡਰਦਾ। ਮੰਨ ਲਓ ਕਿਸੇ ਨੂੰ ਸੁਪਨਾ ਆ ਗਿਆ ਤੇ ਬਹੁਤ ਡਰ ਰਿਹਾ, ਪਰ ਇੱਕਦਮ ਜਾਗ ਆ ਗਈ, ਨਾਲ ਹੀ ਡਰ ਲੈ ਗਿਆ। ਮਨ ਕਹਿੰਦਾ ਸੁਪਨਾ ਸੀ, ਝੂਠ ਸੀ। ਫਿਰ ਮਹਾਰਾਜ ਕਹਿੰਦੇ ਤਰਾਸ ਵਿਖਾਦ ਹਰਖ ਕਿਉਂ ਠਾਨਾ, ਫਿਰ ਭਲਾ ਡਰ ਝਗੜਾ ਖੁਸ਼ੀ ਉਹ ਕਿਉਂ ਕਰੇਗਾ। ਜਾਗਰਤ ਜਬੈ ਅਵਸਥਾ ਪਾਈ, ਜਦੋਂ ਜਾਗਰਤ ਅਵਸਥਾ ਨੂੰ ਪਾ ਲੈਂਦਾ, ਜੇ ਸਾਚੋ ਤਬ ਕਿਉਂ ਨਾ ਦਿਸਾਈ। ਇਹ ਦੱਸ ਵੀ ਜਿਹੜਾ ਆ ਹੁਣ ਜਾਗਰਤ ਅਵਸਥਾ ਵਿੱਚ ਸਭ ਕੁਝ ਦਿੰਦਾ, ਜੇ ਇਹ ਸੱਚ ਹੋਵੇ ਫਿਰ ਇਹ ਸੁਪਨੇ ਵਿੱਚ ਕਿਉਂ ਨਾ ਦਿਸੇ।
ਇਹ ਸੁਪਨੇ ਵਿੱਚ ਤਾਂ ਕੁਝ ਹੋਰ ਹੋ ਜਾਂਦਾ, ਜਾਂ ਜਦੋਂ ਜਾਗਰਤ ਅਵਸਥਾ ਪਾ ਲੈਂਦਾ। ਜੇ ਉਹ ਸੁਪਨੇ ਵੇਲੇ ਹੀ ਘਟਨਾ ਸਾਰੀ ਸੱਚ ਹੁੰਦੀ, ਫਿਰ ਕਿਉਂ ਨਾ ਦਿਸਦੀ। ਜਾਂ ਤੇ ਅਨਰ ਵਚਨ ਪ੍ਰਭ ਮਾਇਆ। ਇਸ ਕਰਕੇ ਇਹ ਸਾਰਾ ਕੁਝ ਪਰਮੇਸ਼ਰ ਦੀ ਅਨਰ ਬਚਨੀ ਮਾਇਆ ਹੈ। ਇਹ ਵਾਹਿਗੁਰੂ ਜੀ ਦੀ ਜਿਹੜੀ ਮਾਇਆ ਨਾ, ਉਹਨੂੰ ਅਨਰ ਬਚਨੀ ਕਿਹਾ ਹੈ। ਜਾਨੀ ਪਰੈ ਨ ਬਿਨ ਗੁਰ ਦਾਇਆ। ਜਿਹੜੀ ਗੁਰੂ ਦੀ ਦਇਆ ਤੋਂ ਬਿਨਾ, ਗੁਰੂ ਕਿਰਪਾ ਬਿਨਾ ਜਾਣੀ ਨਹੀਂ ਜਾਂਦੀ। ਦੇ ਦ੍ਰਿਸ਼ਟਾਂਤ ਤੋਹੇ ਸਮਝਾਵੇ। ਤੈਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਾਂ। ਜਗ ਕੀ ਰਚਨਾ ਤਥਾ ਜਨਾਵੇ। ਜਗਤ ਦੀ ਜਿਹੜੀ ਰਚਨਾ ਹੈ ਤੈਨੂੰ ਉਸ ਤਰ੍ਹਾਂ ਜਣਾਉਂਦੇ ਹਾਂ। ਤਮ ਮਹਿ ਰਾਜ ਕੋ ਨਹਿ ਜਾਣੈ। ਜਦੋਂ ਤਮ ਨਾਮ ਇੱਥੇ ਹਨੇਰੇ ਦਾ, ਰਾਜ ਨਾਮ ਰੱਜੂ, ਰੱਜੂ ਤੋਂ ਬਣਿਆ ਰੱਸੀ। ਹਨੇਰੇ ਵਿੱਚ ਰੱਜੂ ਭਾਵ ਰੱਸੀ ਪਈ ਹੈ। ਮਹਾਰਾਜ ਕਹਿੰਦੇ ਹਨੇਰੇ ਵਿੱਚ ਰੱਸੀ ਨੂੰ ਕੋਈ ਨਹੀਂ ਜਾਣਦਾ। ਭ੍ਰਮ ਤੇ ਵਿਸੀਅਰ ਤਿਸ ਕੋ ਮੰਨੈ। ਹੁਣ ਹਨੇਰਾ ਸੀ ਤੇ ਥੋੜੀ ਜੀ ਚਮਕ ਜੀ ਪਈ ਹਨੇਰੇ 'ਚ ਵੀ, ਭਰਮ ਪੈ ਗਿਆ। ਉਸ ਰੱਸੀ ਨੂੰ ਸੱਪ ਸਮਝ ਲਿਆ। ਭੈ ਧਰ ਕੈ ਭਾਜਤ ਕੰਪਾਏ। ਉਹ ਸੱਪ ਸਮਝ ਕੇ ਡਰ ਗਿਆ, ਡਰ ਕੇ ਭੱਜਿਆ ਤੇ ਕੰਬਦਾ ਹੈ। ਜੇ ਹੋਏ ਝੂਠੋ ਕਿਉਂ ਡਰ ਪਾਏ। ਹੁਣ ਜੇ ਉਹ ਤਦੋਂ ਕਿਸੇ ਨੇ ਉੱਥੇ ਚਾਨਣ ਕਰਤਾ, ਜਦੋਂ ਚਾਨਣ ਕਰਤਾ ਇੱਕਦਮ ਪਤਾ ਲੱਗ ਗਿਆ ਸੱਪ ਕਾਹਨੂੰ ਹੈ, ਰੱਸੀ ਪਈ ਹੈ। ਤੇ ਫਿਰ ਮਹਾਰਾਜ ਕਹਿੰਦੇ ਜੇ ਹੁਣ ਉਹ ਸਭ ਕੁਝ ਪਤਾ ਲੱਗ ਗਿਆ, ਝੂਠ ਹੋ ਗਿਆ। ਜੇ ਹੋਏ ਝੂਠੋ ਕਿਉਂ ਡਰ ਪਾਏ। ਫਿਰ ਭਲਾ ਦੱਸੋ ਕਿਵੇਂ, ਜਦੋਂ ਉਹੀ ਗੱਲ ਸੱਪ ਵਾਲੀ ਝੂਠ ਨਿਕਲੀ, ਰੱਸੀ ਸੀ ਉਹ ਤਾਂ, ਫਿਰ ਕਿਉਂ ਡਰ ਪਾਵੇਗਾ। ਜੇ ਸੱਚੋ ਹੋਏ ਬਿਨਸੈ ਨਾਹੀ। ਹਾਂ, ਜੇ ਉਹ ਸੱਚ ਹੁੰਦੀ ਫਿਰ ਉਹ ਬਿਨਸਦੀ ਕਿਉਂ। ਚਾਨਣ ਮੌਕੇ ਵੀ ਉਹੀ ਕੁਛ ਰਹਿੰਦਾ। ਇਹਦਾ ਮਤਲਬ ਸੱਚ ਨਹੀਂ ਸੀ, ਹਨੇਰੇ 'ਚ ਭਰਮ ਨਾਲ ਸੱਚ ਬਣ ਗਈ। ਭਰਮ ਪੈ ਗਿਆ ਤੇ ਸੱਚ ਸਮਝ ਲਿਆ ਸੱਪ ਸੀ ਰੱਸੀ। ਮਹਾਰਾਜ ਕਹਿੰਦੇ ਜੇ ਸੱਚੀ ਹੁੰਦੀ ਫਿਰ ਬਿਨਸਦੀ ਕਿਉਂ। ਜਾਂ ਤੇ ਅਨਰ ਵਚਨ ਲਖ ਤਾਹੀ। ਇਸ ਨੂੰ ਕਹਿੰਦੇ ਨੇ ਅਨਰ ਵਚਨ। ਇਹ ਮਾਇਆ ਅਨਰ ਵਚਨੀ ਹੈ। ਭਾਵ ਜੋ ਦਿਸਦਾ ਉਹ ਹੈ ਨਹੀਂ, ਜੋ ਹੈ ਉਹ ਦਿਸਦਾ ਨਹੀਂ। ਇਹ ਹੈ ਜੋ ਦਿਸ ਰਿਹਾ ਹੈ ਉਹ ਅਸਲ ਵਿੱਚ ਨਹੀਂ ਹੈ। ਜੋ ਅਸਲ ਹੈ ਉਹ ਇਸ ਰੂਪ ਵਿੱਚ ਸਾਨੂੰ ਦਿਸ ਨਹੀਂ ਰਿਹਾ, ਉਹ ਹੋਰ ਰੂਪ ਵਿੱਚ ਦੇ। ਇਸ ਕਰਕੇ ਇਹਨੂੰ ਅਨਰ ਬਚਨ ਕਹਿੰਦੇ ਹਨ। ਮਹਾਰਾਜ ਕਹਿੰਦੇ ਇਸੇ ਨੂੰ ਅਨਰ ਬਚਨ ਜਾਣ ਲੈ। ਤਿਮ ਬ੍ਰਹਮ ਰੂਪ ਨਹੀਂ ਜਿਮ ਜਾਨਾ। ਇਸੇ ਤਰ੍ਹਾਂ ਜਿਨ੍ਹਾਂ ਨੇ ਬ੍ਰਹਮ ਰੂਪ ਨਹੀਂ ਜਾਣਿਆ, ਤਿਸ ਕੋ ਭਾਖਤ ਹੈ ਅਗਿਆਨਾ। ਵੀ ਇਹ ਜੋ ਜਗਤ ਹੈ ਤਾਂ ਬ੍ਰਹਮ ਰੂਪ, ਪਰ ਜਿਨ੍ਹਾਂ ਨਹੀਂ ਜਾਣਿਆ ਤੇ ਇਹਨੂੰ ਸੱਤ ਸਮਝ ਲਿਆ ਕਿ ਇਹ ਤਾਂ ਸੰਸਾਰ ਸੱਚ ਹੈ, ਬ੍ਰਹਮ ਰੂਪ ਨਹੀਂ ਹੈ, ਸੋ ਸਮਝੋ ਇਹਨੂੰ ਅਗਿਆਨ ਕਹਿੰਦੇ ਆ। ਇਹ ਕਿਉਂ ਹੈ? ਕਿਉਂਕਿ ਹਨੇਰਾ ਹੈ ਗਿਆਨਤਾ ਦਾ। ਇਸ ਗੱਲ ਨੂੰ ਆਪਾਂ ਕੱਲ ਨੂੰ ਸਮਝਾਂਗੇ। ਵੈਸੇ ਤੇ ਕਈ ਵਾਰੇ ਕਥਾ ਆ ਗਈ ਹੈ, ਪਰ ਕੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਭਗਤ ਰਵਿਦਾਸ ਜੀ ਨੇ ਵੀ ਇਸ ਪ੍ਰਥਾਏ ਬਚਨ ਕਹੇ ਹੈ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।